वाहिगुरु जी का खालसा, वाहिगुरु जी की फतेह. Good afternoon, students. I would request 13284 Jashandeep Kaur to start Jap Seva, please. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. वाहेगुरु 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 वाहेगुरु. वाहेगुरु जी का खालसा, वाहेगुरु जी की फतेह. Thank you so much, Jashandeep Kaur. So we will start with from where we had left yesterday. So we were doing the paragraph. So next paragraph is, बच्चे किसी दा कोई question है last जिहड़ा आपां कीता है speech तो? Anyone having any questions? Okay, no questions. Okay, then we'll start. बच्चे जेदा, it's Jeddah, Jeddah. Jeddah जेड़ा है, it's a name of a place, a country है जेदा. ठीक है ना, मुस्लिम कंट्री है, मुस्लिम कंट्री आई थिंक. हाँ जी, जेदा. ओके. Okay, we were on this paragraph. Once in an interview, the famous ex-municipal commissioner of Bombay, Mr. Tinaikar, had a point to make. ਇੱਕ ਵਾਰ ਇੱਕ ਇੰਟਰਵਿਊ ਦੇ ਵਿੱਚ ਐਕਸ ਮਿਊਨਿਸਪਲ ਕਮਿਸ਼ਨਰ ਜਿਹੜੇ ਮਿਊਨਿਸਪਲ ਕਮੇਟੀ ਹੁੰਦੀ ਹੈ ਨਾ, ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਹੈ, ਉਹਦੇ ਕਮਿਸ਼ਨਰ ਹੁੰਦੇ ਆ ਹੈ ਨਾ. ਤਾਂ ਐਕਸ ਦਾ ਮਤਲਬ ਹੁੰਦਾ ਹੈ ਜਿਹੜੇ ਇਸ ਤੋਂ ਪਹਿਲਾਂ ਸੀਗੇ ਹੈ ਨਾ, ਪੂਰਵ. ਆਪਾਂ ਕਹਿੰਦੇ ਨਾ ਪੂਰਵ ਕਪਤਾਨ, ਜਿਹੜੇ ਪਹਿਲਾਂ ਸੀਗੇ, ਪੂਰਵ ਜਿਹੜੇ ਪਹਿਲਾਂ ਹੁੰਦੇ, ਸਾਬਕਾ. ਠੀਕ ਹੈ, ਹਾਂਜੀ ਗਗਨਦੀਪ ਕੌਰ, ਥੈਂਕ ਯੂ. ਸਾਬਕਾ, ਅਸੀਂ ਕਿਹਾ ਸਾਬਕਾ ਪ੍ਰਧਾਨ ਮੰਤਰੀ. ਠੀਕ ਹੈ, ਤੇ ਜਿਹੜੇ ਪਹਿਲਾਂ ਹੁੰਦੇ ਸੀਗੇ. ਤਾਂ ਸਾਬਕਾ ਮਿਊਨਿਸਪਲ ਕਮਿਸ਼ਨਰ ਆਫ ਬੰਬੇ ਮਿਸਟਰ ਤਿਨਾਇਕਰ. ਤੁਸੀਂ ਨੋਟਿਸ ਕਰਨਾ ਮਹਾਰਾਸ਼ਟਰ ਦੇ ਵਿੱਚ ਨਾ ਜ਼ਿਆਦਾਤਰ ਕਾਸਟ ਜਿਹੜੀ ਹੈ ਨਾ, ਉਹਨਾਂ ਦੇ ਪਿੱਛੇ ਕਰ ਲੱਗਦਾ ਹੈ, ਜਿਵੇਂ ਤੇਂਦੁਲਕਰ, ਤਿਨਾਇਕਰ, ਮੰਜਰੇਕਰ ਹੈ ਨਾ. ਉਹਨਾਂ ਦੇ ਕਾਫੀ ਸਾਰਿਆਂ ਤੋਂ ਪਤਾ ਚੱਲਦਾ ਜਿਹੜੇ ਮਰਾਠੀ ਲੋਕ ਹੈ ਨਾ, ਉਹਨਾਂ ਦੀ ਕਾਸਟ ਦੇ ਪਿੱਛੇ ਮੋਸਟਲੀ, ਨਾਟ ਆਲਵੇਜ਼, ਸਾਰਿਆਂ ਦੇ ਵਿੱਚ ਨਹੀਂ, ਕਈਆਂ ਦੇ ਵਿੱਚ ਕਰ ਲੱਗਿਆ ਹੁੰਦਾ ਹੈ ਨਾ. ਜਾਵੜੇਕਰ, ਇਸ ਤਰ੍ਹਾਂ ਕਰ ਲੱਗਿਆ ਹੁੰਦਾ ਹੈ ਪਿੱਛੇ. ਸੋ ਮਿਊਨਿਸਪਲ ਕਮਿਸ਼ਨਰ ਆਫ ਬੰਬੇ ਮਿਸਟਰ ਤਿਨਾਇਕਰ ਹੈਡ ਅ ਪੁਆਇੰਟ ਟੂ ਮੇਕ. ਉਹਦੇ ਕੋਲ ਇੱਕ ਪੁਆਇੰਟ ਸੀ, ਗੱਲ ਰੱਖੀ ਉਹਨੇ. ਹੈਡ ਅ ਪੁਆਇੰਟ ਟੂ ਮੇਕ ਮਤਲਬ ਉਹਨੇ ਇੱਕ ਉਹਦੇ ਕੋਲ ਇੱਕ ਪੁਆਇੰਟ ਸੀ. ਕੀ ਸੀਗਾ? Rich people's dogs are walked on the streets to leave their affluent droppings all over the place. So rich people's dogs are walked on the street. अमीर लोग हैं, वो अपने dogs ਨੂੰ street ਦੇ ਵਿੱਚ walk ਕਰਾਉਂਦੇ हैं, ਗਲੀਆਂ 'ਚ ਲੈ ਜਾਂਦੇ हैं, to leave their affluent droppings. So affluent ਦਾ ਮਤਲਬ ਹੁੰਦਾ ਹੈ wealthy, ਕਹਿ ਸਕਦੇ ਹਾਂ ਅਸੀਂ, rich ਕਹਿ ਸਕਦੇ ਹਾਂ, ਬਹੁਤ ਜ਼ਿਆਦਾ ਕਹਿ ਸਕਦੇ ਹਾਂ. droppings ਮਤਲਬ ਜੋ drop ਕਰਦੇ हैं, ਜੋ ਉਹ excrete ਕਰਦੇ हैं, ਉਹਨਾਂ ਦੀ toilet ਹੈ ਨਾ,
all over the place, like ਤੁਸੀਂ dogs ਨੂੰ ਸੜਕ ਤੇ ਲੈ ਕੇ ਜਾਂਦੇ ਹੋ ਉਹਦੇ ਟਾਇਲਟ ਵਗੈਰਾ ਲਈ, ਹੈ ਨਾ, ਜਿਨ੍ਹਾਂ ਕੋਲ dogs ਉਹਨਾਂ ਨੂੰ ਪਤਾ ਹੈ ਕਿ dog ਨੂੰ ਬਾਹਰ ਲੈ ਜਾਣਾ ਪੈਂਦਾ ਉਹਦੇ ਟਾਇਲਟ ਲਈ, ਠੀਕ ਹੈ। he said, ਉਹਨੇ ਕਿਹਾ, and then the same people turn around to criticize and blame the authorities for inefficiency and dirty pavements। ਇੱਕ ਤਾਂ ਤੁਸੀਂ ਉਹਨਾਂ ਨੂੰ dogs ਨੂੰ ਉਹਨਾਂ ਦਾ ਜਿਹੜਾ ਵੇਸਟ ਹੈ ਉਹ ਐਕਸਕ੍ਰੀਟ ਕਰਨ ਲਈ ਬਾਹਰ ਲੈ ਕੇ ਜਾਂਦੇ ਹੋ, ਫਿਰ ਉਹੀ ਲੋਕ ਹੈ ਜਿਹੜੇ ਵਾਪਸ ਮੁੜਦੇ ਆ ਤੇ ਕ੍ਰਿਟਿਸਾਈਜ਼ ਕਰਦੇ ਆ। ਕ੍ਰਿਟਿਸਾਈਜ਼ ਦਾ ਮਤਲਬ ਹੁੰਦਾ ਹੈ ਮਤਲਬ ਕਿਸੇ ਚੀਜ਼ ਦਾ ਵਿਰੋਧ ਕਰਦੇ ਆ ਔਰ ਬਲੇਮ ਕਰਦੇ ਆ, ਦੋਸ਼ ਲਗਾਉਂਦੇ ਆ ਅਥਾਰਟੀਜ਼ ਤੇ, ਹੈ ਨਾ, ਕੀ ਬਲੇਮ ਲਗਾਉਂਦੇ ਆ ਕਿ ਇਹ ਅਥਾਰਟੀਜ਼ ਤਾਂ ਨਿਕੰਮੀਆਂ ਨੇ, ਮਿਊਨਿਸਿਪਲ ਕਾਰਪੋਰੇਸ਼ਨ ਦਾ ਕੁਝ ਕਰਦੇ ਨਹੀਂ ਹੈ। ਡਰਟੀ ਪੇਵਮੈਂਟਸ, ਪੇਵਮੈਂਟਸ PAVEMENTS, ਪੇਵਮੈਂਟਸ ਜਿਵੇਂ ਅਸੀਂ ਫੁੱਟਪਾਥ ਕਹਿੰਦੇ ਹਾਂ ਨਾ ਜਿਨ੍ਹਾਂ ਨੂੰ, ਉਹਨਾਂ ਨੂੰ ਪੇਵਮੈਂਟਸ ਕਿਹਾ ਜਾਂਦਾ ਹੈ, ਠੀਕ ਹੈ। ਵੀ ਫਿਰ ਅਸੀਂ ਕੀ ਕਰਦੇ ਹਾਂ, ਕ੍ਰਿਟਿਸਾਈਜ਼ ਕਰਦੇ ਹਾਂ, ਵਿਰੋਧ ਕਰਦੇ ਹਾਂ, ਕਿ ਆਲੋਚਨਾ ਕਰਦੇ ਹਾਂ, ਵੈਰੀ ਗੁੱਡ, ਆਲੋਚਨਾ ਕਰਦੇ ਹਾਂ, ਬਲੇਮ ਕਰਦੇ ਹਾਂ, ਦੋਸ਼ਾਰੋਪਣ ਕਰਦੇ ਹਾਂ ਕਿ ਦੇਖੋ ਜੀ ਅਥਾਰਟੀਜ਼ ਤਾਂ ਨਿਕੰਮੀਆਂ ਨੇ, ਇਨਐਫੀਸ਼ੀਐਂਟ ਨੇ, ਡਰਟੀ ਪੇਵਮੈਂਟਸ ਹੈ, ਫੁੱਟਪਾਥ ਹੈ, ਗੰਦੇ ਹੋਏ ਪਏ ਹੈ। ਵੀ ਆਰ ਦ ਸੇਮ ਪੀਪਲ ਹੂ ਆਰ ਟੇਕਿੰਗ ਆਰ ਡੌਗਸ ਟੂ ਦ ਸਟਰੀਟ। ਓਕੇ, what do they expect the officers to do? ਉਹ ਕੀ ਐਕਸਪੈਕਟ ਕਰਦੇ ਆ ਆਫੀਸਰਸ ਤੇ, ਵੀ ਕੀ ਕਰਨ ਉਹ ਐਕਸਪੈਕਟ ਉਹਨੇ ਕੀ ਆਸ ਕਰਦੇ ਹੋ ਆਫੀਸਰਸ ਤੋਂ? go down with broom every time their dog feels the pressure in his bowels, ਕਿ ਉਹ ਹਮੇਸ਼ਾ ਬਰੂਮਿੰਗ ਕਰਨਗੇ, ਝਾੜੂ ਮਾਰਨਗੇ ਜਦੋਂ ਡੌਗ ਨੂੰ ਪ੍ਰੈਸ਼ਰ ਆਏਗਾ। ਬਾਉਲਸ, BOWELS, ਬਾਉਲਸ ਹੁੰਦਾ ਹੈ ਤੁਹਾਡੀਆਂ ਇੰਟੈਸਟਾਈਨਸ। ਸੋ ਇੱਥੇ ਪ੍ਰੈਸ਼ਰ ਇੰਟੈਸਟਾਈਨ ਦੇ ਵਿੱਚ ਆਣਾ ਦਾ ਮਤਲਬ ਹੈ, ਲਾਈਕ ਅਸੀਂ ਕਿਹਾ ਕਿ I have pressure in my bowels, that means I have to go to the toilet। ਸੋ ਅਗਰ ਉਹ ਕੀ ਕਹਿ ਰਹੇ ਹੈ ਕਿ ਜਦੋਂ ਤੁਹਾਡੇ ਡੌਗਸ ਨੂੰ ਫੀਲ ਹੋਏਗਾ ਕਿ ਉਹਦੇ ਇੰਟੈਸਟਾਈਨ, ਉਹਦੇ ਬਾਉਲਸ ਦੇ ਵਿੱਚ ਪ੍ਰੈਸ਼ਰ ਆ ਗਿਆ, ਮੀਨਸ the dog has to go to the toilet or the dog has to take out, ਤੇ ਜਦੋਂ ਵੀ ਇਹਨੂੰ ਪ੍ਰੈਸ਼ਰ ਆਏਗਾ ਤਾਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਆਫੀਸਰਸ ਹਮੇਸ਼ਾ ਆ ਕੇ ਝਾੜੂ ਲਗਾ ਕੇ ਜਾਣਗੇ? No. In America, every dog owner has to clean up after his pet has done the job। ਅਮਰੀਕਾ ਦੇ ਵਿੱਚ ਕੀ ਹੁੰਦਾ ਹੈ, ਹਰ ਡੌਗ ਓਨਰ ਨੂੰ ਅਗਰ ਉਹਨੂੰ ਬਾਹਰ ਲੈ ਕੇ ਗਿਆ ਤੇ ਉਹਦੇ ਡੌਗ ਨੇ ਇਹ ਕੰਮ ਕਰ ਲਿਆ, ਕਿਤੇ ਟਾਇਲਟ ਕੀਤੀ, ਤਾਂ ਉਸਨੂੰ ਉਹ ਕਲੀਨ ਕਰਨਾ ਪਏਗਾ। ਤੇ ਤੁਸੀਂ ਦੇਖਿਆ ਹੋਏਗਾ ਤੇ ਉਹ ਆਪਣੇ ਜਿਹੜੇ ਲਿਫਾਫੇ ਉਹ ਕੋਲ ਰੱਖਦੇ ਆ ਕਿ ਅਗਰ ਡੌਗ ਨੇ ਕੁਝ ਕਰ ਦਿੱਤਾ, ਤੇ ਅਸੀਂ ਤਾਂ ਇੱਥੇ ਡੌਗ ਨੂੰ ਬਾਹਰ ਲੈ ਕੇ ਜਾਂਦੇ ਆ ਕਿ ਆਪਣੇ ਘਰ ਦੇ ਵਿੱਚ ਨਹੀਂ ਕਰਨਾ, ਤੇ ਗਲੀ ਵਿੱਚ ਤਾਂ ਜਿੰਨੀ ਮਰਜ਼ੀ ਗੰਦਗੀ ਫੈਲਾ ਦੇਵੇ। ਤੁਸੀਂ ਨੋਟਿਸ ਕੀਤਾ ਹੋਏਗਾ ਕੀ ਕਰਦੇ ਆ ਲੋਕੀ ਡੌਗ ਨੂੰ, ਜਿਵੇਂ ਸਾਡੇ ਘਰ ਦੇ ਸਾਹਮਣੇ ਵਾਲ ਹੈ ਉਹਦੇ ਉੱਤੇ ਬਹੁਤ ਵੱਡਾ ਵੱਡਾ ਲਿਖ ਕੇ ਲਗਾਇਆ ਗਿਆ ਹੈ ਕਿ ਇੱਥੇ ਡੌਗਸ ਨੂੰ ਲੈ ਕੇ ਆਣਾ ਮਨਾ ਹੈ, ਕਿਉਂਕਿ ਜਿੱਥੇ ਲੋਕ ਖਾਲੀ ਪਲਾਟ ਦੇਖਦੇ ਆ ਨਾ ਉੱਥੇ ਡੌਗਸ ਨੂੰ ਲੈ ਕੇ ਆ ਜਾਂਦੇ ਆ। ਏਦਾਂ ਕਿੰਨਾ ਭੈੜਾ ਲੱਗਦਾ ਹੈ ਕਿ ਇੱਥੇ ਵੱਡਾ ਵੱਡਾ ਲਿਖਵਾਉਣਾ ਪਿਆ ਸਾਨੂੰ ਕਿ ਇੱਥੇ ਡੌਗਸ ਨੂੰ ਲਿਆ ਕੇ ਇਹ ਕੰਮ ਕਰਾਣਾ ਗਲਤ ਹੈ, ਨਹੀਂ ਕਰਨਾ ਇਹ ਕੰਮ। ਸਟਿਲ they don't stop, ਨਹੀਂ ਰੁਕਦੇ, ਹੈ ਨਾ। तो वैसे अमेरिका ਦੇ ਵਿੱਚ ਕੀ ਹੈ, you have to clean up, you have to keep a poly bag with you and all the like necessary tools or ਜੋ ਵੀ ਤੁਹਾਨੂੰ ਚਾਹੀਦਾ ਹੈ ਜਿਹਦੇ ਨਾਲ ਉਹਨੂੰ ਕਲੈਕਟ ਕਰਕੇ ਤੇ ਉਹਨੂੰ ਤੁਹਾਨੂੰ ਲਿਫਾਫੇ 'ਚ ਪਾ ਕੇ ਤੇ ਖੁਦ ਉਹਨੂੰ ਡਿਸਪੋਜ਼ ਕਰਨਾ ਪੈਂਦਾ ਹੈ। ਸੇਮ ਇਨ ਜਾਪਾਨ ਵਿੱਚ ਵੀ ਏਦਾਂ। will the Indian citizens do that here? Indian citizens ਏਦਾਂ ਕਰਨਗੇ? ਇੱਥੇ ਉਹਨਾਂ ਦੀ ਗੱਲ ਖਤਮ ਹੋ ਗਈ, ਜਿਹੜੇ ਐਕਸ ਮਿਊਨਿਸਿਪਲ ਕਮਿਸ਼ਨਰ ਸੀ ਨਾ ਟਿਨਾਇਕਰ, ਉਹਨਾਂ ਦੀ ਗੱਲ ਖਤਮ ਹੋ ਗਈ। ਹੁਣ ਡਾਕਟਰ ਕਲਾਮ ਕੀ ਕਹਿ ਰਹੇ ਹੈ, ਹੀ ਇਜ਼ ਰਾਈਟ, ਬਿਲਕੁਲ ਉਹ ਸਹੀ ਕਹਿ ਰਹੇ ਹੈ। we go to the polls to choose a government। ਅਸੀਂ polls ਤੇ ਜਾਂਦੇ, we go to the polls ਮਤਲਬ ਅਸੀਂ VOTING ਕਰਨ ਜਾਂਦੇ ਆ, ਪੋਲਿੰਗ ਬੂਥ ਤੇ ਜਾਂਦੇ ਆ, ਵੋਟ ਦੇਣ ਜਾਂਦੇ ਆ ਕਿ ਗਵਰਨਮੈਂਟ ਨੂੰ ਚੂਜ਼ ਕਰੀਏ। and after that we forfeit all responsibility। forfeit ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਲੂਜ਼ ਕਰ ਦੇਣਾ, ਛੱਡ ਦੇਣਾ, ਹੈ ਨਾ। ਉਸ ਤੋਂ ਬਾਅਦ ਅਸੀਂ ਆਪਣੀ ਰਿਸਪੌਂਸਿਬਿਲਿਟੀ ਛੱਡ ਦਿੰਦੇ ਹਾਂ ਕਿ ਸਾਡੀ ਬਸ ਅਸੀਂ ਗਵਰਨਮੈਂਟ ਚੂਜ਼ ਕਰ ਲਈ, ਉਸ ਤੋਂ ਬਾਅਦ ਸਾਡੀ ਰਿਸਪੌਂਸਿਬਿਲਿਟੀ ਖਤਮ। ਨਾਓ ਵਟਐਵਰ ਦ ਗਵਰਨਮੈਂਟ ਡੂ ਇਜ਼ ਓਕੇ ਵਿਦ ਮੀ। ਅਸੀਂ ਇਹੀ ਸੋਚਦੇ ਹਾਂ ਕਿ ਜੋ ਗਵਰਨਮੈਂਟ ਕਰੇਗੀ ਇਟ ਇਜ਼ ਓਕੇ ਵਿਦ ਮੀ। ਵੀ ਸਿਟ ਬੈਕ। ਹਾਂਜੀ ਅਮਰਿਤਪ੍ਰੀਤ ਕੌਰ ਕੀ ਕਹਿਣਾ ਚਾਹੁੰਦੇ ਨੇ? मैम गवर्नमेंट च एन साइलेंट होएगा? एन साइलेंट है, गवर्नमेंट। गवर्नमेंट एनवायरमेंट ਅਸੀਂ ਬੋਲਦੇ ਨਾ, एनवायरमेंट। यस मैम।
हाँ, so N is silent, government. Okay. And ma'am, है ना? today is my birthday. Okay, many happy returns of the day, Amritpreet Kaur. Thank you, ma'am. हाँ जी. So where were we? Okay. We go to the polls to choose a government, and after that we forfeit all the responsibility. ਅਸੀਂ responsibility ਨੂੰ lose ਕਰ ਦਿੰਦੇ ਆ, ਛੱਡ ਦਿੰਦੇ ਆ. We sit back, ਬਹਿ ਜਾਂਦੇ ਆ ਪਿੱਛੇ ਹੋ ਕੇ, wanting to be pampered, ਕਿ ਸਾਨੂੰ ਪੈਂਪਰ ਕੀਤਾ ਜਾਵੇ. ਪੈਂਪਰਿੰਗ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਨੂੰ ਆਪਾਂ ਕਹਿੰਦੇ ਨਾ ਲਾਡ ਕਰਨਾ. ਅਸੀਂ ਕਹਿੰਦੇ ਆ ਕਿ ਉਸ ਬੱਚੇ ਨੂੰ ਇੰਨਾ ਪੈਂਪਰ ਕੀਤਾ ਗਿਆ ਕਿ ਉਹ ਸਪੋਇਲ ਹੋ ਗਿਆ, ਵਿਗੜ ਗਿਆ, ਉਹਨੂੰ ਇੰਨਾ ਪੈਂਪਰ ਕੀਤਾ ਜਾਂਦਾ ਹੈ. ਉਹਦੀ ਜਿਵੇਂ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਆ, ਲੱਲੋ ਬੱਚੋ, ਹੈ ਨਾ, ਆਪਾਂ ਏਦਾਂ ਬੋਲਦੇ ਆ ਵੀ ਲੈ ਤੂੰ ਇਹ ਖਾ ਲੈ ਨਹੀਂ ਤੂੰ ਖਾ ਲੈ. ਸੋ ਉਹਨੂੰ ਬਹੁਤ ਜ਼ਿਆਦਾ ਲਾਡ ਲਡਾਣਾ, ਉਹਨੂੰ ਆਪਾਂ ਕਹਿੰਦੇ ਆ ਪੈਂਪਰ ਕਰਨਾ ਕਿਸੇ ਨੂੰ. ਠੀਕ ਹੈ. ਨੋ, ਲਾਨਤ ਨਹੀਂ ਬੱਚੇ, ਗਗਨਦੀਪ, ਲਾਨਤ ਨਹੀਂ. ਪੈਂਪਰ ਹੁੰਦਾ ਇੱਕ ਬਹੁਤ ਲਾਡ ਉਹ ਕਰਨਾ, ਐਵੇਂ ਫालतू ਚ ਕਿਸੇ ਨੂੰ ਐਵੇਂ ਚੜਾਈ ਜਾਣਾ ਉੱਪਰ, that is pampering. ਠੀਕ ਹੈ, ਲਾਨਤ ਨਹੀਂ. ਪੈਂਪਰ ਹੁੰਦਾ ਕਿਸੇ ਨੂੰ ਲਾਡ ਜਿਹਾ ਕਰੀ ਜਾਣਾ. ਜਿਵੇਂ ਕਈ ਪੇਰੈਂਟਸ ਆ, ਆਪਾਂ ਕਹਿੰਦੇ ਬੱਚਿਆਂ ਨੂੰ ਇੰਨਾ ਪੈਂਪਰ ਕਰਦੇ ਆ ਕਿ ਉਹ ਵਿਗੜ ਜਾਂਦੇ ਆ, ਸਪੋਇਲ ਹੋ ਜਾਂਦੇ ਆ. ਸਮਝ ਗਏ? ਸੋ ਪੈਂਪਰ ਦੀ ਐਗਜ਼ੈਕਟ ਹੁੰਦਾ ਵੀ ਜ਼ਰੂਰਤ ਤੋਂ ਜ਼ਿਆਦਾ ਲਾਡ ਲਡਾਣਾ ਕਿਸੇ ਨੂੰ, ਕਿ ਪਲੀਜ਼ ਇਹ ਤੂੰ ਖਾ ਲੈ, ਨਹੀਂ ਤੂੰ ਬੈੱਡ ਤੋਂ ਨਾ ਉੱਠੀ, ਤੂੰ ਕੰਮ ਕੋਈ ਨਾ ਕਰੀ ਪਲੀਜ਼. ਜਿਵੇਂ ਅਸੀਂ ਕਹਿੰਦੇ ਨਾ ਕਿ ਬੱਚੇ ਛੋਟੇ ਬੱਚੇ ਥੋੜੀ ਨਾ ਕੰਮ ਕਰਨਗੇ, ਅਸੀਂ ਕਰ ਲਵਾਂਗੇ, ਕੋਈ ਗੱਲ ਨਹੀਂ. ਸੋ ਚਿਲਡਰਨ ਆਰ ਵੈਰੀ ਮਚ ਪੈਂਪਰਡ ਬਾਈ ਦ ਪੇਰੈਂਟਸ ਉਹਨਾਂ ਨੂੰ ਬਹੁਤ ਜ਼ਿਆਦਾ ਪੈਂਪਰ ਕਰਦੇ ਆ. ਠੀਕ ਹੈ. ਹੁਣ ਇੱਥੇ ਉਹੀ ਗੱਲ ਕਿ ਵੀ ਸਿਟ ਬੈਕ, ਅਸੀਂ ਪਿੱਛੇ ਹੋ ਕੇ ਬਹਿ ਜਾਂਦੇ ਆ, ਵਾਂਟਿੰਗ ਟੂ ਬੀ ਪੈਂਪਰਡ, ਤੇ ਸਾਨੂੰ ਪੈਂਪਰ ਕੀਤਾ ਜਾਵੇ. ਠੀਕ ਹੈ. ਐਂਡ expect the government to do everything for us. ਔਰ ਅਸੀਂ ਫਿਰ ਗਵਰਨਮੈਂਟ ਤੋਂ ਐਕਸਪੈਕਟ ਕਰਦੇ ਆ ਕਿ ਉਹ ਸਾਡੇ ਲਈ ਸਾਰਾ ਕੁਝ ਕਰੇ. ਅਸੀਂ VOTING ਕਰਤੀ, ਅਸੀਂ ਬੈਠੇ ਆ, ਸਰਕਾਰ ਸਾਡੇ ਲਈ ਇਹ ਕਰੇ, ਸਰਕਾਰ ਸਾਡੇ ਲਈ ਉਹ ਕਰੇ. ਏਦਾਂ ਹੀ ਹੁੰਦਾ ਨਾ, ਜਿਹੜੇ ਬੱਚੇ ਪੈਂਪਰਡ ਹੁੰਦੇ ਉਹ ਕੀ ਕਹਿੰਦੇ ਆ, ਮੰਮੀ ਆਣਗੇ ਤਾਂ ਰੋਟੀ ਪਾ ਕੇ ਦੇਣਗੇ ਤਾਂ ਮੈਂ ਖਾਣਾ ਖਾਵਾਂਗਾ. ਠੀਕ ਹੈ, ਮੈਂ ਤਾਂ ਪੜ੍ਹਾਈ ਕਰਕੇ ਆਇਆ, ਉਹ ਰੋਟੀ ਪਾ ਕੇ ਦੇਣਗੇ. ਸੋ ਇਹ ਪੈਂਪਰਿੰਗ ਹੁੰਦੀ ਹੈ. ਔਰ ਮੰਮੀ ਵੀ ਰੋਟੀ ਜਦੋਂ ਪਾ ਕੇ ਮੰਮੀ ਪਾਪਾ ਦੇ ਦਿੰਦੇ ਆ, ਲੋ ਜੀ ਪੈਸੇ ਲੈ ਲਓ, ਤਾਂ ਇਹਦਾ ਮਤਲਬ ਉਹਨਾਂ ਦੀ ਪੈਂਪਰਿੰਗ ਕਰ ਰਹੇ ਆ. ਠੀਕ ਹੈ. ਔਰ ਅਸੀਂ ਚਾਹੁੰਦੇ ਹਾਂ ਕਿ ਗਵਰਨਮੈਂਟ ਵੀ ਸਾਡੀ ਪੈਂਪਰਿੰਗ ਕਰੇ, ਔਰ ਅਸੀਂ ਐਕਸਪੈਕਟ ਕਰਦੇ ਹਾਂ, ਅਸੀਂ ਆਸ ਕਰਦੇ ਹਾਂ ਕਿ ਗਵਰਨਮੈਂਟ ਇਜ਼ ਗੋਇੰਗ ਟੂ ਡੂ ਐਵਰੀਥਿੰਗ ਫॉर ਮੀ, ਫॉर ਅਸ, ਵਾਈਲਸਟ, WHILST, ਵਾਈਲਸਟ ਦਾ ਮਤਲਬ ਹੁੰਦਾ ਹੈ ਵਾਈਲ. ਤੇ ਜਦੋਂ ਸਾਡੀ ਕੰਟਰੀਬਿਊਸ਼ਨ ਕੀ ਹੈ, ਟੋਟਲੀ ਨੈਗੇਟਿਵ ਹੈ. ਅਸੀਂ ਕੀ ਕੰਟਰੀਬਿਊਟ ਕਰ ਰਹੇ ਹਾਂ, ਕੰਟਰੀਬਿਊਸ਼ਨ ਹੁੰਦਾ ਸਾਡੀ ਭਾਗੀਦਾਰੀ ਕੀ ਹੈ ਵਿੱਚ, ਨੈਗੇਟਿਵ ਹੈ. ਹਾਂ. ਪੇਵਮੈਂਟ ਦਾ ਮਤਲਬ ਹੁੰਦਾ ਬੱਚੇ ਫੁੱਟਪਾਥ. ਪੇਵਮੈਂਟ ਮੀਨਸ ਜਿਹੜਾ ਤੁਰਨ ਦਾ ਰਸਤਾ ਹੁੰਦਾ ਨਾ, ਜਿਹੜਾ ਸਾਈਡ ਤੇ ਸੜਕ ਦੇ ਨਾਲ ਜਿਹੜਾ ਤੁਰਨ ਦਾ ਰਸਤਾ ਹੁੰਦਾ, ਉਹਨੂੰ ਪੇਵਮੈਂਟ ਕਿਹਾ ਜਾਂਦਾ. ਠੀਕ ਹੈ. ਓਕੇ, ਸੋ ਸਾਡੀ ਕੰਟਰੀਬਿਊਸ਼ਨ ਕੀ ਹੈ, ਨੈਗੇਟਿਵ ਹੈ. We expect the government to clean up, but we are not going to stop chucking garbage all over the place. ਅਸੀਂ ਗਵਰਨਮੈਂਟ ਨੂੰ ਤਾਂ ਸੋਚ ਰਹੇ ਹਾਂ, ਅਸੀਂ ਜਿਵੇਂ ਹੁਣ ਸੜਕ ਤੇ ਜਾਂਦੇ ਆ ਤਾਂ ਕੀ ਹੁੰਦਾ, ਕਚਰਾ ਪਿਆ ਹੋਇਆ, ਅਗਰ ਅਸੀਂ ਕੀ ਕਹਿੰਦੇ ਆ, ਇਹ ਸਰਕਾਰ ਨਿਕੰਮੀ ਹੈ, ਇਨਐਫੀਸ਼ੀਐਂਟ ਹੈ, ਕੋਈ ਸਫਾਈ ਨਹੀਂ ਹੈ. ਬਟ ਕੀ ਅਸੀਂ ਸੋਚੀਏ ਕਿ ਉਹ ਗੰਦ ਪਾਇਆ ਕਿਨੇ ਹੈ, ਅਸੀਂ ਹੀ ਪਾਇਆ ਹੈ. ਅਸੀਂ ਉੱਥੇ ਗਾਰਬੇਜ ਅਸੀਂ ਥਰੋ ਕੀਤਾ ਹੈ, चिप्स खा के ਅਸੀਂ ਹੀ ਥਰੋ ਕਰਦੇ ਆ ਸੜਕਾਂ ਦੇ ਉੱਪਰ ਗਾਰਬੇਜ. ਅਸੀਂ ਨਾਰੀਅਲ ਪਾਣੀ ਪੀ ਕੇ ਤੇ ਉਹ ਜਿਹੜਾ ਉਹਦਾ ਸ਼ੈਲ ਹੈ, ਕੋਕੋਨਟ ਸ਼ੈਲ ਹੈ, ਉੱਥੇ ਹੀ ਥਰੋ ਕਰ ਦਿੰਦੇ ਹੁੰਦੇ ਆ, ਹੈ ਨਾ. ਅਸੀਂ ਜੋ ਖਾਂਦੇ ਆ, ਅਸੀਂ ਜਿਵੇਂ ਯੈਸਟਰਡੇ ਵੀ ਵਰ ਟਾਕਿੰਗ ਅਬਾਊਟ ਡਿਸਪੋਜ਼ੇਬਲ ਪਲੇਟਸ ਐਂਡ ਗਲਾसेस, ਵਾਟ ਡੂ? ਵੀ ਡੂ ਆਰ ਥਿੰਗ ਐਂਡ ਦੈਨ ਥਰੋ ਇਟ ਔਨ ਦ ਰੋਡ. ਉਸ ਤੋਂ ਬਾਅਦ ਅਸੀਂ ਸੁੱਟ ਦਿੰਦੇ ਆ, ਹੈ ਨਾ. ਈਵਨ ਅਸੀਂ ਇੰਨੀ ਵੀ ਨਹੀਂ ਕੋਸ਼ਿਸ਼ ਕਰਦੇ, ਵੀ ਡੋਂਟ ਇਵਨ ਟਰਾਈ ਟੂ ਥਰੋ ਇਟ ਇਨ ਦ ਡਸਟਬਿਨਸ. हालांकि आजकल हर जगह पे डस्टबिन लगाए गए हैं, ग्रीन एंड ब्लू. Still we don't do that. Okay, but we are not going to stop chucking garbage. Chucking means like घुमा के सुटना, throw करना. Nor are we going to stop to pick up a stray piece of paper and throw it in the bin. ना ही ਅਸੀਂ ਗੰਦ ਪਾਣੋਂ ਰੁਕ ਰਹੇ ਹਾਂ, ਤੇ ਨਾ ਹੀ ਅਸੀਂ ਕੋਈ ਅਗਰ bits of paper lying on the floor ਜਾਂ ਕਿਤੇ ਵੀ ਰੋਡ ਤੇ ਪਏ ਆ. स्ट्रे मतलब फालतू, आवारा कागज का टुकड़ा, है ना. सो इत्थे आवारा नहीं कहांगे बच्चे. स्ट्रे एनिमल है तां असीं आवारा पशु कहांगे. अदरवाइज स्ट्रे मतलब जो एवें ही कितों आया होया है. ठीक है ना.
ਐਵੇਂ ਫालतू ਹੀ ਕੋਈ ਪੀਸ ਆਫ ਪੇਪਰ ਹੈ, ਅਸੀਂ ਉਹਨੂੰ ਬਿਨ ਦੇ ਵਿੱਚ ਨਹੀਂ ਸੁੱਟਦੇ। We expect the railways to provide clean bathroom, ਅਸੀਂ expect ਕਰਦੇ ਹਾਂ ਕਿ ਜਿਹੜਾ ਰੇਲ ਮੰਤਰਾਲਾ ਹੈ ਉਹ ਸਾਡੇ ਲਈ clean bathrooms provide ਕਰੇ। But we are not going to learn the proper use of bathrooms, use ਤਾਂ ਅਸੀਂ ਹੀ ਕਰਨੇ ਆ ਨਾ। ਤੇ ਤੁਸੀਂ ਸਾਰਿਆਂ ਨੇ ਨੋਟਿਸ ਕੀਤਾ ਹੋਣਾ ਜਦੋਂ ਤੁਸੀਂ whenever you use this train bathrooms in the train, ਤੁਹਾਨੂੰ ਖੁਦ ਨੂੰ ਪਤਾ ਉੱਥੇ ਕੀ ਹਾਲ ਹੁੰਦਾ। Okay, so we want Indian Airlines and Air India, Indian Airlines, Air India ਕੀ ਹੈ ਜਿਹੜੀ ਜਹਾਜ਼ਾਂ ਵਾਲੀਆਂ ਕੰਪਨੀਆਂ ਹੈ, to provide the best of food and toiletries, ਮਤਲਬ ਸਾਨੂੰ food ਵੀ ਵਧੀਆ ਮਿਲੇ, toiletries ਮਤਲਬ ਆਪਾਂ ਨੂੰ ਜਿਵੇਂ soap ਹੈ, ਪਾਣੀ ਹੈ, ਜੋ ਵੀ ਸਾਡਾ ਨਹਾਉਣ ਧੋਣ ਦਾ ਸਮਾਨ ਹੈ ਉਹ ਵਧੀਆ ਮਿਲੇ। But we are not going to stop pilfering at the least opportunity. So pilfering ਦਾ ਮਤਲਬ ਹੁੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਚੋਰੀ ਕਰ ਲੈਂਦੇ ਹੋ, ਲੁੱਟ ਲੈ। ਇੱਥੇ ਇਹਦਾ ਕੀ ਮਤਲਬ ਹੈ ਵੀ ਆਪਾਂ ਜਦੋਂ ਬਾਈ 에ਅਰ ਕਿਤੇ ਜਾਂਦੇ ਆ ਜਾਂ ਕਿਤੇ ਹੋਟਲ 'ਚ ਰੁਕਦੇ ਆ, ਅਸੀਂ ਕੀ ਕਰਦੇ ਆ, ਮੋਸਟ ਆਫ ਦ ਪੀਪਲ ਵਾਟ ਡੂ ਦੇ ਡੂ, ਉੱਥੇ ਜਿਹੜਾ ਸੋਪ ਪਿਆ ਹੁੰਦਾ ਉਹ ਚੁੱਕ ਲਿਆਉਂਦੇ ਆ, ਟੂਥਬ੍ਰਸ਼ਸ ਘਰ ਚੁੱਕ ਲਿਆਉਂਦੇ ਆ, ਉੱਥੋਂ ਦੇ ਜੋ ਵੀ ਉਹ ਪ੍ਰੋਵਾਈਡ ਕਰਦੇ ਆ ਆਇਲ ਜਾਂ ਮੋਇਸਚਰਾਈਜ਼ਰ ਜਾਂ ਵਟਐਵਰ, ਉਹ ਘਰ ਚੁੱਕ ਲਿਆਉਂਦੇ ਆ। ਤਾਂ ਇਸ ਤਰ੍ਹਾਂ ਹੀ ਪਲੇਨ ਦੇ ਵਿੱਚ ਵੀ ਹੁੰਦਾ ਹੈ ਕਿ ਜੋ ਉਹਨਾਂ ਨੇ ਦਿੱਤੇ ਆ ਨਾ ਉੱਥੇ ਸੋਪਸ ਮਿਲਦੇ ਆ ਤੁਹਾਨੂੰ ਪਲੇਨ ਦੇ ਵਿੱਚ। ਜਦੋਂ ਤੁਸੀਂ ਜਾਓਗੇ ਬਾਈ 에ਅਰ ਕਦੇ ਕਿਸੇ ਹੋਟਲ 'ਚ ਰੁਕੋਗੇ, ਸਾਰਾ ਕੁਝ ਤੁਹਾਨੂੰ ਉੱਥੇ ਪ੍ਰੋਵਾਈਡ ਕੀਤਾ ਜਾਂਦਾ ਹੈ, ਸੋਪ ਵੀ, ਆਇਲ ਵੀ, ਕੋਮਸ ਵੀ, ਟੂਥਬ੍ਰਸ਼ਸ ਵੀ, ਈਵਨ हेयर ड्रायर्स भी, ਤੇ ਕਈ ਲੋਕ ਉਹ ਚੁੱਕ ਲਿਆਉਂਦੇ। ਠੀਕ ਹੈ, ਸੋ ਪਿਲਫਰਿੰਗ ਇਜ਼ ਥੈਫਟ, PILFERING, ਪਿਲਫਰਿੰਗ ਇਜ਼ ਥੈਫਟ, ਕਿਸੇ ਚੀਜ਼ ਨੂੰ ਲੁੱਟ ਲੈਣਾ, ਚੋਰੀ ਕਰ ਲੈਣਾ, that is pilfering. Okay, any questions ਬੱਚੇ? ਉਸ ਤੋਂ ਬਾਅਦ ਆਪਾਂ next ਇਹਨਾਂ ਦਾ speech is about to be over, ਕੱਲ ਮੈਂ ਇਹਦੇ ਵਿੱਚ ਲਾਸਟ ਤੁਹਾਨੂੰ ਇਹਦਾ ਪੈਸੇਜ ਦੇ ਦਾਂਗੀ, ਉਸ ਤੋਂ ਬਾਅਦ ਇਹ ਓਵਰ ਹੋ ਜਾਏਗਾ। Any questions? Okay. Pronunciation and meaning of criticize. CRITICISE, criticize. बच्चे criticize ਦਾ ਮਤਲਬ ਹੁੰਦਾ ਹੈ ਆਲੋਚਨਾ ਕਰਨਾ। ਵੈਰੀ ਗੁੱਡ, ਗਗਨਦੀਪ ਨੇ ਪਹਿਲੇ ਵੀ ਦੱਸਿਆ ਸੀ, ਕਿਸੇ ਦੀ ਆਲੋਚਨਾ ਕਰਨਾ ਕਿ ਇਹ ਗਲਤ ਹੈ, criticize ਕਰਨਾ, ਨਹੀਂ ਏਦਾਂ ਨਹੀਂ ਹੋਣਾ ਚਾਹੀਦਾ, ਇਹ ਗਲਤ ਕੀਤਾ ਹੈ। criticize, ਜਿਵੇਂ ਮੈਂ ਕੋਈ ਗੱਲ ਕੀ, ਤੁਸੀਂ ਮੈਨੂੰ criticize ਕਰੋ, ਨਹੀਂ 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 ਤੁਹਾਡੀ ਗੱਲ ਠੀਕ ਨਹੀਂ ਹੈ, ਮੈਂ ਇਹਦਾ ਵਿਰੋਧ ਕਰਨੀ ਆ, ਕਿਸੇ ਗੱਲ ਦੀ ਆਲੋਚਨਾ ਕਰਨਾ, ਵਿਰੋਧ ਕਰਨਾ। ਠੀਕ ਹੈ, ਹਾਂਜੀ। Any questions? Any other question? Okay, ਕਿਸੇ ਦਾ ਕੋਈ ਸਵਾਲ ਨਹੀਂ ਹੈ, ਸਾਰਿਆਂ ਨੂੰ ਸਮਝ ਆ ਗਿਆ? ਕੋਈ any question from yesterday's lecture? Sorry ਬੇਟਾ, ਮੈਂ ਤੁਹਾਨੂੰ ਕੱਲ ਵੀ ਭੁੱਲ ਗਈ ਕਰਨਾ, ਮੈਂ ਹੁਣੇ ਕਰਦੀ ਆ, ਮੈਂ ਤੁਹਾਡਾ ਨੰਬਰ ਸੇਵ ਕਰ ਲਿਆ ਸੀ, ਸੌਰੀ ਅੱਜ ਪੱਕਾ ਹੁਣੇ ਕਰ ਦਿੰਦੀ ਹਾਂ। ਅਫਲੂਐਂਟ ਡ੍ਰੌਪਿੰਗ ਦਾ ਮਤਲਬ ਹੁੰਦਾ ਹੈ, ਅਫਲੂਐਂਟ ਦਾ ਮਤਲਬ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਆ ਨਾ ਰਿਚ, ਅਮੀਰ, ਜੋ ਚੀਜ਼ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਹੈ, ਉਹਦੇ ਲਈ ਵੀ ਅਸੀਂ ਅਫਲੂਐਂਟ ਦੋ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਡ੍ਰੌਪਿੰਗਸ ਮਤਲਬ ਸੁੱਟੀਆਂ ਹੋਈਆਂ ਚੀਜ਼ਾਂ। ਇੱਥੇ ਅਫਲੂਐਂਟ ਡ੍ਰੌਪਿੰਗਸ ਦਾ ਮਤਲਬ ਹੈ ਵੀ ਅਫਲੂਐਂਟ ਦਾ ਮਤਲਬ ਅਬੰਡੈਂਸ, ਬਹੁਤ ਜ਼ਿਆਦਾ। ਡ੍ਰੌਪਿੰਗਸ ਮਤਲਬ ਜੋ ਜਿਹੜੇ ਡੌਗਸ ਹੈ ਡ੍ਰੌਪ ਕਰਦੇ ਆ, ਕੀ ਡ੍ਰੌਪ ਕਰਦੇ ਆ, ਐਕਸਕ੍ਰੀਟਾ ਡ੍ਰੌਪ ਕਰਦੇ ਆ, ਜੋ ਟਾਇਲਟ ਕਰਦੇ ਆ। ਇੱਥੇ ਡ੍ਰੌਪਿੰਗਸ ਦਾ ਮਤਲਬ ਜੋ ਉਹਨਾਂ ਨੇ ਸੁੱਟਿਆ, ਜੋ ਉਹਨਾਂ ਨੇ ਗੰਦ ਪਾਇਆ ਇੰਨਾ ਸਾਰਾ, that is। ਠੀਕ ਹੈ, ਸਮਝ ਆ ਗਈ? ਹਾਂ, ਐਕਸ ਮਿਊਨਿਸਿਪਲ। ਬੱਚੇ ਮਿਊਨਿਸਿਪਲ ਕਮਿਸ਼ਨਰ ਕੌਣ ਹੁੰਦੇ ਆ? ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਹੁੰਦੇ ਆ, ਹੈ ਨਾ। ਐਕਸ ਮਤਲਬ ਸਾਬਕਾ, ਪਹਿਲਾਂ ਵਾਲੇ। ਅਸੀਂ ਕਹਿੰਦੇ ਸਾਬਕਾ ਕਪਤਾਨ, ਸਾਬਕਾ ਪ੍ਰਧਾਨ ਮੰਤਰੀ, ਸਾਬਕਾ ਰਾਸ਼ਟਰਪਤੀ, ਜੋ ਰਹਿ ਚੁੱਕੇ हैं, एक्स। ओके, नेक्स्ट इज इनएफिशिएंट। इनएफिशिएंट मतलब जो एफिशिएंट नहीं है, जो अयोग है, जिदे च एफिशिएंसी नहीं है। ठीक है, किसी काम दा नहीं है जो इनएफिशिएंट। भी ਅਸੀਂ ਕਹਿੰਦੇ ਆ ਕਿ ਸਾਡੀ ਗਵਰਨਮੈਂਟ ਹੈ ਉਹ ਇਨਐਫੀਸ਼ੀਐਂਟ ਹੈ, ਕਿਸੇ ਕੰਮ ਜੋਗੀ ਨਹੀਂ ਹੈ, ਨਿਕੰਮੀ ਜਿਹਨੂੰ ਆਪਾਂ ਕਹਿੰਦੇ ਆ। ਠੀਕ ਹੈ, ਹਾਂ, WHILST, ਹਾਂਜੀ। ਵਾਈਲਸਟ ਹੁੰਦਾ ਹੈ ਵਾਈਲ, ਜਿਵੇਂ ਉਹ ਇੱਥੇ ਜਾ ਰਿਹਾ ਜਦੋਂ ਕਿ ਮੈਂ ਇੱਥੇ ਜਾ ਰਹੀ ਹਾਂ, ਜਦੋਂ ਕਿ ਵਾਈਲ, WHILE, ਵਾਈਲ, ਇਹਨੂੰ ਵਾਈਲਸਟ ਵੀ ਕਹਿ ਦਿੰਦੇ ਆ। ਇਹਦਾ 올ਡ ਯੂਜ਼ੇਜ ਹੈ, ਅੱਜ ਕੱਲ ਯੂਜ਼ ਹੁੰਦਾ ਵਾਈਲ। ਇਨੀਸ਼ੀਅਲਾਈਜ਼ਿੰਗ, ਇਨੀਸ਼ੀਅਲਾਈਜ਼ਿੰਗ ਦਾ ਮਤਲਬ ਹੁੰਦਾ ਟੂ ਸਟਾਰਟ, ਇਨੀਸ਼ੀਅਲਾਈਜ਼ ਕਰਨਾ, ਕਿਸੇ ਚੀਜ਼ ਨੂੰ ਸਟਾਰਟ ਕਰਨਾ, ਸੋ दैट इज इनिशियलाइजिंग।
या ਆਪਾਂ ਇਨੀਸ਼ੀਅਲਾਈਜ਼ਿੰਗ ਇੱਕ ਤਰ੍ਹਾਂ ਹੋਰ ਵੀ ਕਰ ਸਕਦੇ ਹਾਂ, ਜਿਵੇਂ ਅਸੀਂ ਕਹਿੰਦੇ ਆ ਕਿਸੇ ਚੀਜ਼ ਦੀ ਪਛਾਣ ਦੇ ਤੌਰ ਤੇ ਕਰਨਾ, ਉੱਥੇ ਵੀ ਇਹ ਯੂਜ਼ ਹੋ ਜਾਂਦਾ ਹੈ। ਪੂਰਾ ਸੈਂਟੈਂਸ ਕੀ ਹੈ ਬੱਚੇ? ਰਾਜਦੀਪ ਕੌਰ, ਜਿਵੇਂ ਹੈ ਨਾ ਤੁਸੀਂ ਉਹ ਕਰਦੇ ਹੋ, ਜਿਵੇਂ ਕਈ ਵਾਰ ਤੁਸੀਂ ਪ੍ਰੋਗਰਾਮ ਕੋਈ ਸਟਾਰਟ ਕਰਦੇ ਹੋ, ਉੱਥੇ ਆ ਜਾਂਦਾ ਇਨੀਸ਼ੀਅਲਾਈਜ਼ਿੰਗ, तो ਉਹਦਾ ਮਤਲਬ ਹੁੰਦਾ ਵੀ ਇਨੀਸ਼ੀਅਲ ਵੈਲਿਊਜ਼ ਕਿਸੇ ਨੂੰ ਦੇਣਾ, ਸ਼ੁਰੂਆਤੀ ਵੈਲਿਊਜ਼ ਕਿਸੇ ਨੂੰ ਸ਼ੁਰੂਆਤ ਕਰਨਾ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਇਨੀਸ਼ੀਅਲਾਈਜ਼ ਕਰਨਾ, ਸ਼ੁਰੂਆਤ ਕਿਸੇ ਨੂੰ ਸ਼ੁਰੂਆਤ ਕਰਨ ਲਈ ਕੋਈ ਵੀ ਇਹਨੂੰ ਤੁਸੀਂ ਇਨੀਸ਼ੀਅਲ ਇਹ ਵਾਲੀ ਵੈਲਿਊ ਨੂੰ ਓਕੇ ਦੈਨ ਵੀਲ ਮੂਵ ਫੋਰਫੀਟ। ਫੋਰਫੀਟ ਦਾ ਇੱਥੇ ਮਤਲਬ ਹੈ ਕਿ ਵੈਸੇ ਫੋਰਫੀਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਛੱਡ ਦੇਣਾ, ਲੂਜ਼ ਕਰ ਦੇਣਾ, ਇੱਥੇ ਵੀ ਇਹੀ ਮਤਲਬ ਹੈ, ਲੂਜ਼ ਕਰ ਦੇਣਾ। ਅਸੀਂ ਆਪਣੀ ਰਿਸਪੌਂਸਿਬਿਲਿਟੀ ਛੱਡ ਦਿੰਦੇ ਆ ਕਿ ਲੋ ਜੀ ਹੁਣ ਤਾਂ ਮੇਰੀ ਕੋਈ ਰਿਸਪੌਂਸਿਬਿਲਿਟੀ ਹੈ ਹੀ ਨਹੀਂ, ਜ਼ਿੰਮੇਵਾਰੀ ਹੈ ਹੀ ਨਹੀਂ, ਤੁਸੀਂ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ ਹੈ ਨਾ। ਅਸੀਂ ਗਵਰਨਮੈਂਟ ਚੂਜ਼ ਕਰਕੇ ਅਸੀਂ ਕੀ ਕਰਨਾ, ਉਹਦੀ ਰਿਸਪੌਂਸਿਬਿਲਿਟੀ ਛੱਡ ਦਿੰਦੇ ਹਾਂ। ਅਫਲੂਐਂਟ ਬੱਚੇ, ਅਫਲੂਐਂਟ ਦਾ ਮਤਲਬ ਹੁੰਦਾ ਹੈ ਵੈਲਦੀ, ਰਿਚ, ਬੜੇ ਜ਼ਿਆਦਾ ਮਾਤਰਾ ਦੇ ਵਿੱਚ, ਜ਼ਿਆਦਾ ਮਾਤਰਾ ਦੇ ਵਿੱਚ। ਇਹਨੂੰ ਰਿਚ ਵਾਸਤੇ ਵੀ ਯੂਜ਼ ਕਰਦੇ ਆ, ਵੈਲਦੀ ਵਾਸਤੇ ਵੀ ਯੂਜ਼ ਕਰਦੇ ਆ, ਮਤਲਬ ਅਫਲੂਐਂਟ, ਠੀਕ ਹੈ। ਐਨੀ ਅਦਰ? ਮੈਂ ਹੁਣੇ ਦੱਸਿਆ ਇੱਥੇ ਦਾ ਮਤਲਬ ਹੈ ਅਫਲੂਐਂਟ ਡ੍ਰੌਪਿੰਗਸ। ਇੱਥੇ ਆਪਾਂ ਇੱਥੇ ਹੋ ਸਕਦਾ ਉਹਨਾਂ ਦੇ ਰਿਚ ਪੀਪਲਸ ਡੌਗ, ਇੱਥੇ ਅਫਲੂਐਂਟ ਕੀ ਹੋਏਗਾ ਵੀ ਉਹਨਾਂ ਦੀ ਕੀਮਤੀ, ਕਿਉਂਕਿ ਅਫਲੂਐਂਟ ਦਾ ਮਤਲਬ ਕੀਮਤੀ ਵੀ ਹੁੰਦਾ ਹੈ, ਵੀ ਜੋ ਉਹਨਾਂ ਨੇ ਕੀਮਤੀ ਡ੍ਰੌਪਿੰਗਸ, ਡੌਗਸ ਨੇ ਜੋ ਟਾਇਲਟ ਕੀਤੀ ਹੈ, ਉਹ ਕੀਮਤੀ ਡ੍ਰੌਪਿੰਗ ਸਾਰੇ ਪਾਸੇ ਫੈਲਾ ਦਿੰਦੇ ਆ। ਇੱਥੇ ਇੱਕ ਟੌਂਟ ਵੀ ਮਾਰਿਆ ਗਿਆ ਹੈ ਨਾ, ਕਿ ਉਹਨਾਂ ਦੇ ਡੌਗਸ ਹੈ ਸਟਰੀਟ ਤੇ ਜਾਂਦੇ ਆ ਔਰ ਆਪਣੀ ਕੀਮਤੀ ਡ੍ਰੌਪਿੰਗਸ ਉੱਥੇ ਸਾਰੇ ਪਾਸੇ ਫੈਲਾ ਦਿੰਦੇ ਆ, ठीक है। हाँ, दिस इज द फर्स्ट स्लाइड, फैला देने हैं और फिर अथॉरिटीज ਨੂੰ क्रिटिसाइज करने के देखो जी पेवमेंट्स ਤੇ ਕਿੰਨਾ ਗੰਦ ਪਿਆ ਹੋਇਆ ਹੈ, ठीक है। हाँ जी, दिस इज द फर्स्ट स्लाइड। क्रिटिसाइज, क्रिटिसाइज, CRITICE, क्रिटिसाइज, क्रिटिसाइज, ठीक है जी। ओके, शुड वी मूव टू नेक्स्ट स्लाइड? नो मोर क्वेश्चंस? बच्चे पूरा नाम ऊपर लिखा हुआ है, it is written अबुल पाकिर जैनुल आबदीन अब्दुल कलाम, ठीक है। APJ जैनुल आबदीन, ठीक है, उन्होंने फादर दा नाम सी। Okay, next is we'll do idioms. So today also I have tried to bring some interesting idioms for you, and we'll start with the first idiom, and that is at the top of the agenda. At the top of the agenda, ਇਹਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਤੁਹਾਡੇ ਟੌਪ ਉਸ ਤੇ ਹੋਵੇ ਡਿਸਕਸ਼ਨ ਦੇ ਲਈ, ਮਤਲਬ ਤੁਹਾਡੇ ਲਈ ਸਭ ਤੋਂ ਪਹਿਲੀ ਚੀਜ਼ ਹੋਵੇ ਕਿ ਹਾਂ ਇਹ ਚੀਜ਼ ਹੈ ਸਭ ਤੋਂ ਪਹਿਲੇ ਹੈ ਨਾ, ਤੁਹਾਡੀ ਪ੍ਰਾਇੋਰਿਟੀ ਦੇ ਵਿੱਚ ਹੋਵੇ ਸਭ ਤੋਂ ਪਹਿਲੇ। ਇੱਥੇ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, then it will be more clear to you. When this, ਹਾਂ ਪ੍ਰਾਇੋਰਿਟੀ ਲਈ ਹੋਵੇ, ਬਿਲਕੁਲ। When the school teachers meet, ਇਹ ਜਿਵੇਂ ਅਸੀਂ ਆਪਸ ਚ ਗੱਲ ਕਰਨੇ ਆ ਕਿ ਜਦੋਂ ਵੀ ਸਕੂਲ ਟੀਚਰਸ ਮਿਲਦੇ ਆ, classroom violence is at the top of the agenda. ਪ੍ਰਾਇੋਰਿਟੀ ਹੁੰਦਾ ਬੱਚੇ ਪਹਿਲ, ਮਤਲਬ ਆਪਾਂ ਕਿਸ ਚੀਜ਼ ਨੂੰ ਪਹਿਲ ਦਿੰਦੇ ਆ। ਟੌਪ ਆਫ ਦਾ ਏਜੰਡਾ ਮਤਲਬ ਆਪਾਂ ਗੱਲ ਨਹੀਂ ਕਰਦੇ ਕਿ ਜਦੋਂ ਸਕੂਲ ਟੀਚਰ ਬੈਠਦੇ ਆ ਉਹ ਸਿਰਫ ਇੱਕੋ ਹੀ ਗੱਲ ਕਰਦੇ ਆ, ਉਹਨਾਂ ਦੀ ਗੱਲ ਕਰਨ ਦਾ ਏਜੰਡਾ ਇਹ ਹੁੰਦਾ ਹੈ, ਟੌਪਿਕ ਆਪਾਂ ਕਹਿ ਸਕਦੇ ਆ। ਸਭ ਤੋਂ ਪ੍ਰਾਇੋਰਿਟੀ ਵਾਲਾ ਟੌਪਿਕ ਕੀ ਹੁੰਦਾ ਹੈ? ਮੁੱਦਾ, ਏਜੰਡਾ। ਉਹਨਾਂ ਦਾ ਟੌਪ ਆਫ ਦਾ ਏਜੰਡਾ ਕੀ ਹੁੰਦਾ ਹੈ? ਕਲਾਸਰੂਮ ਵਾਇਲੈਂਸ, ਕਿ ਅੱਜ ਮੇਰੀ ਕਲਾਸਰੂਮ 'ਚ ਇਹ ਹੋਇਆ, ਅੱਜ ਮੇਰੀ ਕਲਾਸਰੂਮ 'ਚ ਇਹ ਹੋਇਆ, ਉਹਨੇ ਇਹ ਤੋੜਫੋੜ ਕੀਤੀ, ਉਹਨੇ ਇਹ ਤੋੜਫੋੜ ਕੀਤੀ। ਵਾਇਲੈਂਸ ਆਪਾਂ ਕੀਤਾ ਵਰਡ, ਵੀ ਹੈਵ ਡਨ ਇਟ not many times, ਹਿੰਸਾ। So when the school teachers meet, classroom violence is at the top of the agenda. Agenda ਉਹਨਾਂ ਦਾ ਸਭ ਤੋਂ ਟੌਪ ਤੇ ਕਿਹੜਾ ਟੌਪਿਕ ਹੁੰਦਾ ਹੈ, ਕਿਹੜਾ ਏਜੰਡਾ ਹੁੰਦਾ ਹੈ, ਕਿਹੜਾ ਮੁੱਦਾ ਹੁੰਦਾ ਹੈ? classroom violence. So at the top of the agenda ਦਾ ਮਤਲਬ ਹੈ, ਜਿਵੇਂ ਅਸੀਂ ਆਪਾਂ ਕਹਿ ਦਿੰਦੇ ਆ ਨਾ ਕਿ it will be at the top of the agenda for me, ਮੇਰੇ ਲਈ ਇਹ ਜਿਹੜਾ ਹੈ ਸਭ ਤੋਂ ਪਹਿਲਾ ਮੁੱਦਾ ਇਹੀ ਹੋਏਗਾ ਵੀ ਜਦੋਂ ਮੈਂ ਉੱਥੇ ਜਾਊਂਗੀ ਨਾ, ਮੈਂ ਉੱਥੇ ਇਹ ਫਲਾਣੇ ਬਾਰੇ ਗੱਲ ਕਰਾਂਗੀ, but at the top of the agenda ਮੇਰਾ ਇਹੀ ਹੋਏਗਾ, ਠੀਕ ਹੈ। So that is at the top of the agenda. Next is floating or walking on air.
ਇਹ ਆਪਾਂ ਉਦੋਂ use ਕਰਦੇ ਆ, this idiom we used when the situation is like you got a good news for you, a happy news for you, ਉਦੋਂ ਤੁਸੀਂ ਇਹ use ਕਰਦੇ ਹੋ ਕਿ ਤੁਹਾਨੂੰ ਇੱਕਦਮ ਕੋਈ ਬੜੀ ਵਧੀਆ ਉਹ ਮਿਲੀ ਤੇ ਤੁਸੀਂ ਕਹਿੰਦੇ ਹੋ ਇਹ ਤਾਂ ਸੁਣ ਕੇ ਨਾ ਮੈਂ ਤਾਂ ਹਵਾ 'ਚ ਉੱਡਣ ਲੱਗ ਪਈ। ਕਹਿੰਦੇ ਆ ਨਾ ਅਸੀਂ ਕਿ ਜਿਵੇਂ ਹੀ ਮੈਂ ਇਹ ਗੱਲ ਸੁਣੀ ਤੇ ਮੈਂ ਤਾਂ ਹਵਾ 'ਚ ਉੱਡਣ ਲੱਗ ਪਈ। Okay, for example, when my teacher told me that I had stood first in the class, I was walking or floating on air. ਬੱਚੇ at top of the agenda ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਤੁਹਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਟੌਪਿਕ ਹੋਏ ਨਾ, ਉਹਨੂੰ ਅਸੀਂ ਕਹਿੰਦੇ ਆ ਕੋਈ ਏਦਾਂ ਦਾ ਮਸਲਾ ਜਿਹੜਾ ਤੁਹਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੋਵੇ। ਦੇਖੋ ਇੱਥੇ ਆਪਾਂ ਐਗਜ਼ਾਮਪਲ ਲਿੱਤੀ ਹੈ ਨਾ ਕਿ ਏਜੰਡਾ, ਬੱਚੇ ਏਜੰਡਾ ਦਾ ਮਤਲਬ ਕੀ ਕਹਾਂਗੇ, ਮੁੱਦਾ ਹੀ ਆਪਾਂ ਕਹਿ ਸਕਦੇ ਆ ਵੀ ਅੱਜ ਦਾ ਇਸ ਮੀਟਿੰਗ ਦਾ ਏਜੰਡਾ ਕੀ ਹੈ, ਮੁੱਦਾ ਕੀ ਹੈ, ਟੌਪਿਕ ਕੀ ਹੈ, that is ਏਜੰਡਾ। ਇਹੀ ਹੋਏਗਾ ਮੀਨਿੰਗ ਏਜੰਡਾ ਦਾ, ਹੈ ਨਾ। ਜਿਵੇਂ ਅਸੀਂ ਕਹਿੰਦੇ ਮੀਟਿੰਗ ਦਾ ਏਜੰਡਾ ਕੀ ਹੈ, ਕਿਸ ਟੌਪਿਕ ਤੇ ਮੀਟਿੰਗ ਹੈ ਨਾ, ਸੋ that is ਉਹ ਮੁੱਦਾ ਹੀ ਕਹਿ ਸਕਦੇ ਆ ਆਪਾਂ ਏਜੰਡਾ ਨੂੰ, ਹੈ ਨਾ। ਓਕੇ, ਗਗਨਦੀਪ ਹੈ ਜਿਹੜੇ, ਉਹਨਾਂ ਨੂੰ ਪਤਾ ਹੁੰਦਾ, ਉਹ ਫਟਾਫਟ ਮੀਨਿੰਗ ਦੱਸਦੇ ਹੁੰਦੇ ਆ ਮੈਨੂੰ। I think ਗਗਨਦੀਪ ਹੀ ਦੱਸਦੇ ਹੁੰਦੇ ਆ। ਹਾਂ, ਗਗਨਦੀਪ 13339 ਉਹ ਫਟਾਫਟ ਦੱਸ ਦਿੰਦੇ ਹੁੰਦੇ ਮੀਨਿੰਗ ਉਹਦਾ ਪੰਜਾਬੀ ਦੇ ਵਿੱਚ। ਮਸਲਾ, ਠੀਕ ਹੈ, ਕਹਿ ਸਕਦੇ ਹੋ ਮਸਲਾ, ਠੀਕ ਹੈ। Okay, when my teacher told me that I had stood first in the class, I was walking on the air. मैं ਹਾਂਜੀ ਬੋਲੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਮ, ਏਜੰਡਾ ਦਾ ਮੀਨਿੰਗ ਇਸ ਲਈ ਪੁੱਛ ਰਹੇ, ਦਰਅਸਲ ਅਸੀਂ one word for many words ਜਦੋਂ ਹੈਗੇ ਉਹਦੇ ਵਿੱਚ ਏਜੰਡਾ ਦਾ ਲਿਸਟ ਆਫ ਕੁਝ ਥਿੰਗਸ ਹੈਗਾ ਹੀ, ਉਹਦੇ ਵਿੱਚ ਲਿਸਟ ਆਫ ਮੈਟਰਸ ਆਪਾਂ ਕਹਿ ਸਕਦੇ ਹਾਂ, ਲਿਸਟ ਆਫ ਮੈਟਰਸ ਆਪਾਂ ਕਹਿ ਸਕਦੇ ਹਾਂ। ਓਕੇ, ਹੈ ਨਾ, ਉਹਨੂੰ ਏਜੰਡਾ ਕਹਿ ਸਕਦੇ ਹਾਂ। ਜਿਵੇਂ ਕਿ ਅੱਜ ਦਾ ਏਜੰਡਾ ਸਾਡਾ ਇਹ ਹੋਏਗਾ, ਮਤਲਬ ਅੱਜ ਜਿਹੜਾ ਮੀਟਿੰਗ ਦਾ ਏਜੰਡਾ ਹੈ ਉਹ ਹੈ ਮਜ਼ਦੂਰਾਂ ਦੀਆਂ ਪ੍ਰੋਬਲਮਸ। ਸੋ ਉਹ ਪ੍ਰੋਬਲਮਸ ਬਹੁਤ ਸਾਰੀਆਂ ਹੋ ਸਕਦੀਆਂ ਨੇ, ਸਮਝ ਗਏ? ਹਾਂਜੀ, ਤਾਂ ਉਹ ਹੈ ਕਿ ਇੱਕ ਪਲਾਨ ਹੁੰਦਾ ਹੈ ਕਿ ਅਸੀਂ ਇਹ ਵਾਲਾ ਮੈਟਰ ਡਿਸਕਸ ਕਰਨਾ ਹੈ। ਓਕੇ ਮੈਮ, ਠੀਕ ਹੈ, ਥੈਂਕ ਯੂ। ਓਕੇ ਜੀ। So when my teacher told me that I had stood first in the class, I was walking on the air. ਵੀ ਮੈਂ ਤਾਂ ਹਵਾ 'ਚ ਹੀ float ਕਰਨਾ, float ਹੁੰਦਾ ਤੈਰਨਾ, ਮੈਂ ਤਾਂ ਹਵਾ 'ਚ ਹੀ ਤੈਰਨਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਉਹਨਾਂ ਨੇ ਮੈਨੂੰ ਦੱਸਿਆ। ਓਕੇ, ਨੈਕਸਟ ਇਜ਼ be up, ਮਾਮਲਾ, ਹਾਂਜੀ ਕਹਿ ਸਕਦੇ ਹੋ ਮਾਮਲਾ, ਮਸਲਾ, ਮੁੱਦਾ। be up in the air, be proud 'ਚ ਹੋਣਾ, be up in the air, no, ਕੀ ਹੋਏਗਾ ਸੋਚੋ? I may be moving to New Zealand, but it's still up, walking in air. Proud ਹੋਣਾ ਨਹੀਂ, no no no, proud ਹੋਣਾ ਨਹੀਂ, ਹਵਾ ਵਿੱਚ ਰਹਿਣਾ, no, ਹਵਾ ਵਿੱਚ ਰਹਿਣਾ ਬੱਚੇ ਪਤਾ ਕੀ ਹੈ, ਜਿਵੇਂ ਆਪਾਂ ਕਹਿੰਦੇ ਨੇ ਕਿ ਹਵਾ ਵਿੱਚ ਉਛਲਣਾ, ਯੈਸ, ਇਹ ਕਹਿ ਸਕਦੇ ਹੋ ਕਿ ਜਦੋਂ ਤੁਹਾਨੂੰ ਕੋਈ ਏਦਾਂ ਦੀ ਨਿਊਜ਼ ਮਿਲਦੀ ਹੈ ਤੁਹਾਨੂੰ ਲੱਗਦਾ ਹੈ ਬੜੀ ਖੁਸ਼ੀ ਹੋਈ ਮੈਨੂੰ, ਤੇ ਪ੍ਰਾਊਡ ਨਹੀਂ ਹੋ ਸਕਦਾ। ਜਦੋਂ ਤੁਸੀਂ ਖੁਸ਼ ਹੁੰਦੇ ਹੋ, ਮੈਨੂੰ ਏਦਾਂ ਲੱਗਿਆ ਵੀ ਮੈਂ ਤਾਂ ਹਵਾ 'ਚ ਉੱਡਣਾ ਸ਼ੁਰੂ ਕਰਤਾ, ਜਦੋਂ ਮੈਨੂੰ ਪਤਾ ਬਹੁਤ ਜ਼ਿਆਦਾ ਖੁਸ਼ ਹੋਣਾ, ਬਹੁਤ ਜ਼ਿਆਦਾ ਖੁਸ਼ ਹੋਣਾ, ਯੈਸ, ਟੂ ਬੀ ਵੈਰੀ ਹੈਪੀ ਟੂ ਗੈਟ। ਇਹ ਉਦੋਂ ਆਪਾਂ ਯੂਜ਼ ਕਰਦੇ ਹਾਂ ਜਦੋਂ ਇੱਕਦਮ ਸਾਨੂੰ ਕੋਈ ਬੜੀ ਵਧੀਆ ਖਬਰ ਮਿਲਦੀ ਹੈ, ਜਿਵੇਂ ਮੈਂ ਸੁਣਿਆ ਮੈਂ ਤਾਂ ਨੱਚਣਾ ਹੀ ਸ਼ੁਰੂ ਕਰਤਾ, ਪਤਾ ਨਹੀਂ ਕਹਿੰਦੇ ਜਿਸ ਤਰ੍ਹਾਂ। So that is the thing. Yes, overwhelming with happiness. Yes. Okay, so be up in the air ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਹੈ ਉਹ ਹਜੇ ਸ਼ੋਰ ਨਹੀਂ ਹੈ, ਕੋਈ ਚੀਜ਼ਾਂ ਵੀ ਹਜੇ ਹਵਾ ਦੇ ਵਿੱਚ ਹੀ ਹੈ, ਮਤਲਬ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ, ਵੀ ਹਜੇ ਇਹ ਗੱਲਬਾਤ ਚੱਲ ਰਹੀ ਹੈ। ਰਾਜਦੀਪ ਕੌਰ ਕਰੀ ਫੁੱਲੇ ਨਾ ਸਮਾਣਾ, ਯੈਸ ਕਹਿ ਸਕਦੇ ਹਾਂ ਜੀ, ਠੀਕ ਹੈ। ਓਕੇ, ਨੈਕਸਟ ਥਰਡ ਵਾਲੇ ਬੱਚੇ, ਆਪਾਂ ਥਰਡ ਵਾਲੇ ਦੀ ਗੱਲ ਕਰ ਰਹੇ ਹਾਂ। ਜੇ ਅਗਰ ਕਿਸੇ ਨੂੰ 1 2 ਕੋਈ ਸਮਝ ਨਹੀਂ ਆਇਆ ਤੇ ਪੁੱਛ ਸਕਦੇ ਹੋ ਤੁਸੀਂ, ਬਹੁਤ ਦੂਰ ਦੀ ਗੱਲ ਹੈ। ਨੋ ਨੋ, ਅਜੇ ਗੈਸ ਨਾ ਮਾਰੋ, ਪਹਿਲੇ ਇਹ ਦੱਸੋ ਮੈਨੂੰ ਕਿ 1 or 2 ਇਹਦੇ ਵਿੱਚੋਂ ਫਰਸਟ ਔਰ ਸੈਕੰਡ ਚੋਂ ਇਫ ਯੂ ਹੈਵ ਐਨੀ ਡਾਊਟਸ ਪਲੀਜ਼ ਟੈਲ ਮੀ। ਸੋ ਥਰਡ ਹੈ ਅਪ ਇਨ ਦੀ ਏਅਰ। ਅਪ ਇਨ ਦੀ ਏਅਰ ਮਤਲਬ ਹਜੇ ਗੱਲ ਪੱਕੀ ਨਹੀਂ ਹੈ, ਠੀਕ ਹੈ ਨਾ,
ਜਿਵੇਂ I may be moving to New Zealand, मैं हो सकता है न्यूजीलैंड मूव कर जावां, बट इट इज स्टिल अप इन दी एयर, हजे पता नहीं की होना है, पता नहीं हजे, मतलब पूरा पक्का नहीं है। जो आप कहते हैं कि हजे पक्का नहीं है, हजे तो गलबात चल रही है ना, तो उत्थे असी यूज करने हैं I may be moving to New Zealand, but it's still up in the air. Next one is airy fairy. Airy fairy ਹੁੰਦਾ है ਜਦੋਂ ਕੋਈ ਚੀਜ਼ ਤੁਹਾਨੂੰ ਯਕੀਨ ਨਾ ਆਵੇ ਕਿਦਾਂ ਹੋ ਸਕਦਾ ਹੈ। Airy fairy. For example, she is talking about selling her house and buying a restaurant. She is talking about selling her house. वो गल कर रही है कि मैं अपना घर बेच के ना एक रेस्टोरेंट लेना। It all sounds airy fairy. ਇਹ ਮੈਨੂੰ ਐਵੇਂ ਗੱਲਾਂ ਲੱਗਦੀਆਂ ਨੇ, ਮੈਨੂੰ ਯਕੀਨ ਨਹੀਂ ਹੈ, ਇਹ ਤਾਂ ਜਦੋਂ ਹੋਏਗਾ ਉਦੋਂ ਦੇਖਾਂਗੇ, ਠੀਕ ਹੈ ਨਾ। airy fairy. ਓਕੇ, ਇੱਥੇ ਆਪਾਂ ਇੱਕ ਵਰਡ ਯੂਜ਼ ਕੀਤਾ ਹੈ ਸਾਊਂਡਸ। ਸਾਊਂਡਸ ਦਾ ਮਤਲਬ ਹੁੰਦਾ ਹੈ, ਜਿਵੇਂ ਤੁਸੀਂ ਸੁਣਿਆ ਹੋਵੇਗਾ ਸਾਊਂਡਸ ਗੁੱਡ, ਸੁਣਨ ਨੂੰ ਵਧੀਆ ਲੱਗ ਰਿਹਾ, ਯਾਨੀ ਲੱਗਦਾ ਵਧੀਆ ਹੈ। ਸੋ ਸਾਊਂਡਸ ਜਦੋਂ ਐਦਾਂ ਹੁੰਦਾ ਹੈ ਨਾ, ਇੱਕ ਤਾਂ ਸਾਊਂਡ ਦਾ ਮਤਲਬ ਹੈ ਲਾਈਕ ਮੈਨੂੰ ਇਹਦੇ ਚੋਂ ਸਾਊਂਡ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ, ਆਪਾਂ ਉਦਾਂ ਕਰ ਦਿੰਦੇ ਹਾਂ। ਇੱਕ ਅਸੀਂ ਸਾਊਂਡ ਦਾ ਐਜ਼ ਵਰਬ ਪਤਾ ਕਿਵੇਂ ਯੂਜ਼ ਕਰਦੇ ਹਾਂ, ਜਿਵੇਂ ਅਸੀਂ ਕਿਹਾ ਕਿ ਉਹ ਏਦਾਂ ਗੱਲ ਕਰ ਰਹੀ ਸੀ, ਲੱਗਦਾ ਤਾਂ ਹੈ ਠੀਕ ਗੱਲ ਹੈ ਨਾ। ਜਿਵੇਂ ਉਹ ਮੇਰੇ ਨਾਲ ਗੱਲ ਕਰ ਰਹੀ ਸੀ, ਗੱਲਬਾਤ ਤੋਂ ਤਾਂ ਸੱਚੀ ਲੱਗਦੀ ਹੈ। ਇਟ ਸਾਊਂਡਸ ਟਰੂ, ਸ਼ੀ ਸਾਊਂਡਸ ਟਰੂ। ਉੱਥੇ ਸਾਊਂਡਸ ਦਾ ਮਤਲਬ ਹੁੰਦਾ ਹੈ ਵੀ ਉਹਦੀ ਗੱਲ ਤੋਂ ਏਦਾਂ ਲੱਗਦਾ ਹੈ ਨਾ। ਸ਼ੀ ਸਾਊਂਡਸ ਟੂ ਬੀ ਟਰੂ। ਇਟ ਆਲ ਸਾਊਂਡਸ ਏਰੀ ਫੇਰੀ ਟੂ ਮੀ। ਇਹ ਸਾਰਾ ਕੁਝ ਮੈਨੂੰ ਏਰੀ ਫੇਰੀ ਲੱਗ ਰਿਹਾ ਹੈ, ਹਵਾਈ ਗੱਲਾਂ ਹੀ ਹੈ ਇਹ। ਏਰੀ ਹੁੰਦਾ ਹਵਾਈ, ਫੇਰੀ ਤੁਸੀਂ ਫੋਕੀਆਂ ਫੜਾਂ ਕਹਿ ਸਕਦੇ ਹੋ, ਫੜਾਂ ਨਹੀਂ ਮਾਰੀਆਂ ਬੱਚੇ, ਆਪਾਂ ਤੇ ਗੱਲ ਕरें ਕਿ ਏਰੀ ਫੇਰੀ ਹੈ, ਸਭ ਹਵਾਈ ਗੱਲਾਂ ਨੇ, ਹਵਾਈ ਗੱਲਾਂ ਹੈ ਨਾ। ਏਰੀ ਕੀ ਹੁੰਦਾ, ਹਵਾਈ 에ਅਰ। ਫੇਰੀ ਕੀ ਹੁੰਦਾ, ਆਪਾਂ ਕਹਿੰਦੇ ਫੇਰੀ ਟੇਲਸ ਆਏ ਤਾਂ ਪਰੀਆਂ ਦੀਆਂ ਕਹਾਣੀਆਂ। ਇਟ ਆਲ ਸਾਊਂਡਸ ਏਰੀ ਫੇਰੀ ਟੂ ਮੀ। ਮੈਨੂੰ ਇਹ ਸਾਰੀਆਂ ਹਵਾਈ ਗੱਲਾਂ ਲੱਗਦੀਆਂ ਨੇ ਕਿ ਉਹ ਕਹਿ ਰਹੀ ਹੈ ਆਈ ਵੁੱਡ ਸੈਲ ਮਾਈ ਹਾਊਸ ਐਂਡ ਬਾਈ ਅ ਰੈਸਟੋਰੈਂਟ। तो ये हवाई किले बनाना, नो 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 बच्चे। हवाई किले का मतलब पता की होता है, टू बिल्ड castles in the air। ये भी मैं तुहानू लिख देनी है। She always builds castles in the air। वो हमेशा हवाई किले बनाती रहती है। She always builds ਹੁੰਦਾ ਹੈ बनाना, नजर आ रहा है ना सारिਆਂ ਨੂੰ। she always builds ਬਣਾਉਂਦੀ ਹੈ castles ਹੁੰਦੇ ਕਿਲੇ। ਕਾਸਲ ਕਿਲੇ ਨੂੰ ਕਹਿੰਦੇ ਆ, ਜਿਵੇਂ ਤੁਸੀਂ ਸੁਣਿਆ ਹੋਵੇਗਾ ਸੈਂਡ ਕਾਸਲਸ ਹੁੰਦੇ ਆ ਜਦੋਂ ਸਮੁੰਦਰ ਦੇ ਕਿਨਾਰੇ ਜਿਹੜੇ ਬੱਚੇ ਆ ਉਹ ਰੇਤ ਦੇ ਕਿਲੇ ਬਣਾਉਂਦੇ ਆ ਨਾ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸੈਂਡ ਕਾਸਲਸ। she always builds castles in the air। वो हमेशा हवाई किले बनाती रहती है, ठीक है। so that is the thing। so we were on airy fairy, okay। now she's planning to buy a restaurant, so it sounds airy fairy। next is an Aladdin's cave। an Aladdin's cave ਜਿਹੜਾ ਹੈ ਸਾਰਿਆਂ ਨੂੰ ਪਤਾ ਹੋਏਗਾ ਕਿ ਜਿਹੜੀ ਅਲਾਦੀਨ ਦੀ ਗੁਫਾ ਉਹ ਕੀ ਸੀਗੀ, ਜਿੱਥੇ ਉਹ ਕਹਿੰਦੇ ਹੁੰਦੇ ਸੀਗੇ ਇੱਕ ਉਹਦੇ ਕੋਲ ਉਹ ਸੀਗਾ ਨਾ ਚਿਰਾਗ, ਹੈ ਨਾ, ਤੇ ਉਹਦੇ ਕੋਲ ਉਹ ਇੱਕ ਲੈਂਪ ਸੀਗਾ, ਮੈਜਿਕ ਲੈਂਪ ਸੀ, ਤੇ ਜਦੋਂ ਉਸ ਮੈਜਿਕ ਲੈਂਪ ਨੂੰ ਰਬ ਕਰਦੇ ਸੀ, ਚਿਰਾਗ ਨੂੰ ਰਬ ਕਰਦੇ ਸੀ, ਤੇ ਉਹ ਜਿਨੀ ਆ ਜਾਂਦਾ ਹੁੰਦਾ ਸੀ ਉਹਦੇ ਚੋਂ, ਹੈ ਨਾ। ਤੇ ਉਹ ਜਿਹੜਾ ਇੱਕ ਸੀਗਾ ਉੱਥੇ ਕਿਲਾ ਵੀ ਸੀ, ਜਿਹਨੂੰ ਕੀ ਕਹਿੰਦੇ, ਕਿਲਾ ਸੀਗਾ ਜਦੋਂ ਖੁੱਲਜਾ ਸਿਮ ਕਹਿੰਦੇ ਸੀ, ਤੇ ਉਹ ਖੁੱਲ ਜਾਂਦਾ, ਉਹ ਅਲਾਦੀਨ ਹੀ ਸੀ ਆਈ ਥਿੰਕ, ਨਹੀਂ ਉਹ ਅਲੀ ਬਾਬਾ ਸੀ, ਸੌਰੀ ਉਹ ਅਲੀ ਬਾਬਾ ਸੀ। ਅਲਾਦੀਨ ਵਾਲਾ ਕਿਹੜਾ ਸੀਗਾ ਕਿ ਉਹਨੇ ਇੱਕ ਜਿਹੜਾ ਜੰਗ ਟੇਲਰ ਕੋਲੋਂ ਉਹ ਲੈਂਪ ਲੈ ਕੇ ਆਇਆ, ਤੇ ਉਹਦੇ ਜਦੋਂ ਉਹ ਜਿਨੀ ਨੇ ਉਹਨੂੰ ਰਬ, ਜਦੋਂ ਉਹਨੇ ਲੈਂਪ ਨੂੰ ਰਬ ਕੀਤਾ ਤੇ ਉਹਦੇ ਚੋਂ ਜਿਨੀ ਨਿਕਲਿਆ, ਹੈ ਨਾ।
ਸੋ ਅਲਾਦੀਨਸ ਕੇਵ ਮਤਲਬ ਅਲਾਦੀਨ ਦੀ ਗੁਫਾ। ਇਹ ਕਿੱਥੇ ਯੂਜ਼ ਕਰਦੇ ਆ ਅਸੀਂ? ਅਲਾਦੀਨ ਦਾ ਅਸੀਂ ਯੂਜ਼ ਕਰਦੇ ਆ ਜਦੋਂ ਕੋਈ ਤੁਹਾਨੂੰ ਇਦਾਂ ਦੀ ਚੀਜ਼ ਮਿਲੇ ਕਿ ਤੁਸੀਂ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਇੱਕੋ ਜਗ੍ਹਾ ਇੱਕਦਮ ਹੀ ਮਿਲ ਜਾਂਦੀਆਂ ਨੇ, ਹੈ ਨਾ। ਜਾਦੂਈ ਚਿਰਾਗ ਆਪਾਂ ਕਹਿ ਸਕਦੇ ਹਾਂ ਵੀ ਇੱਕਦਮ ਹੀ, ਜਿਵੇਂ ਮੰਨ ਲਓ ਤੁਸੀਂ ਘਰੋਂ ਸੋਚ ਕੇ ਗਏ ਕਿ ਅੱਜ ਨਾ ਹਾਂ ਇੰਟਰਸਟਿੰਗ ਸ਼ਾਪ ਵੀ ਕਹਿ ਸਕਦੇ ਹਾਂ ਬੱਚੇ, ਕਿ ਇੰਟਰਸਟਿੰਗ ਜਗ੍ਹਾ ਵੀ ਕਹਿ ਸਕਦੇ ਹਾਂ, ਇੰਟਰਸਟਿੰਗ ਜਗ੍ਹਾ ਵੀ ਕਹਿ ਸਕਦੇ ਹਾਂ। ਤੁਸੀਂ ਸੋਚ ਕੇ ਗਏ ਨਹੀਂ, ਉਹ ਮਿਰੇਕਲ ਥਿੰਗਸ ਨਹੀਂ, ਨੋ 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 ਨੋ। ਆਪਾਂ ਕਹਿੰਦੇ ਆ ਕਿ ਮੈਂ ਤੁਹਾਨੂੰ ਐਗਜ਼ਾਮਪਲ, ਲੈਟ ਮੀ ਗਿਵ ਐਨ ਐਗਜ਼ਾਮਪਲ। ਤੁਸੀਂ ਘਰੋਂ ਸੋਚ ਕੇ ਗਏ ਕਿ ਅੱਜ ਨਾ ਮੈਂ ਸੂਟ ਬਾਏ ਕਰਨਾ ਹੈ। ਤੁਸੀਂ ਇੱਕ ਏਦਾਂ ਦੀ ਸ਼ਾਪ ਤੇ ਚਲੇ ਗਏ ਜਿੱਥੇ ਤੁਸੀਂ ਇੰਨੇ ਸੋਹਣੇ ਸੋਹਣੇ ਸੂਟ ਦੇ ਤੁਹਾਨੂੰ ਲੱਗਿਆ ਕਿ ਇਹ ਤਾਂ ਮੈਨੂੰ ਅਲਾਦੀਨ ਵਾਲਾ ਖਜ਼ਾਨਾ ਹੀ ਮਿਲ ਗਿਆ। ਠੀਕ ਹੈ। ਜਾਨਵੀਰ ਕੌਰ, ਜਾਦੂਈ ਚਿਰਾਗ ਨਹੀਂ ਹੈ, ਪਲੀਜ਼ ਲੈਟ ਮੀ ਸਪੀਕ, ਮੈਨੂੰ ਗੱਲ ਕਰ ਲੈਣ ਦਿਓ, ਮੈਂ ਦੱਸਦੀ ਹਾਂ ਕੀ ਹੈ। ਠੀਕ ਹੈ। ਮੰਨ ਲਓ ਤੁਸੀਂ ਇੱਕ ਬੁੱਕ ਦੀ ਤਲਾਸ਼ ਕਰ ਰਹੇ ਸੀ, ਤੁਹਾਨੂੰ ਲੱਗਦਾ ਹੈ ਕਿ ਮੈਂ ਨਾ ਇੱਕ ਏਦਾਂ ਦੀ ਸ਼ਾਪ ਤੇ ਜਾਵਾਂ ਜਾਂ ਏਦਾਂ ਦੀ ਕੋਈ ਮੈਨੂੰ ਸ਼ਾਪ ਮਿਲ ਜਾਵੇ ਜਿੱਥੇ ਨਾ ਮੈਨੂੰ ਮੇਰੀ ਮਰਜ਼ੀ ਦੀ ਕਿਤਾਬ ਮਿਲ ਜਾਵੇ। ਤੁਸੀਂ ਇੱਕ ਐਸੀ ਬੁੱਕ ਸ਼ਾਪ ਤੇ ਪਹੁੰਚ ਗਏ ਜਿੱਥੇ ਤੁਹਾਨੂੰ ਲੱਗਿਆ ਕਿਤਾਬਾਂ ਹੀ ਕਿਤਾਬਾਂ, ਓ ਮਾਈ ਗॉड, ਜਿੱਥੇ ਤੁਹਾਨੂੰ ਮਨਮਰਜ਼ੀ ਦੀ ਚੀਜ਼ ਇੰਨੀ ਜ਼ਿਆਦਾ ਉਹਦੇ ਚ ਮਿਲ ਜਾਵੇ, ਤੁਸੀਂ ਕਹਿੰਦੇ ਹੋ ਇਹ ਤਾਂ ਕਿਆ ਮੈਨੂੰ ਅਲਾਦੀਨ ਦਾ ਚਿਰਾਗ ਇਹ ਤਾਂ ਨਿਕਲਿਆ ਕਿ ਮੈਨੂੰ ਇੰਨੀਆਂ ਸਾਰੀਆਂ ਚੀਜ਼ਾਂ ਇੱਕੋ ਜਗ੍ਹਾ ਤੇ ਹੀ ਮਿਲ ਗਈਆਂ। ਸੋ दैट इज देन वी यूज दिस अलादीन गेम। एम आई क्लियर? समझ आ गया ना? ठीक है। तो ऐसे एग्जांपल में देती है, वी फाउंड अ शॉप दैट वाज अ रियल अलादीन्स केव ऑफ ब्यूटीफुल एंटीक्स। ਸਾਨੂੰ ਇੱਕ ਏਦਾਂ ਦੀ ਸ਼ਾਪ ਮਿਲੀ ਜਿਹੜੀ ਸੱਚੀ ਮੁੱਚੀ ਐਂਟੀਕਸ ਦੀ ਇੱਕ ਬੜੀ ਵਧੀਆ ਸ਼ਾਪ ਸੀ, ਜਿੱਥੇ ਜਾ ਕੇ ਸਾਨੂੰ ਇੰਨੇ ਐਂਟੀਕਸ ਮਿਲੇ ਨਾ। कैन समवन टेल मी व्हाट इज एंटीक्स? फटाफट बिना गूगल ਨੂੰ ਖੋਲੇ। एंटीक वर्ड किसी ने सुने? नो। ओके। एंटीक ਹੁੰਦਾ प्राचीन। ओके, प्राचीन ਤਾਂ एंशिएंट भी ਹੁੰਦਾ है, एंशिएंट थिंग्स, प्राचीन चीਜ਼ਾਂ। ਮੰਨ ਲਓ ओल्ड थिंग्स। ओके, जो कि ਰੱਦੀ ਵਾਲੇ ਕੋਲ ਹੁੰਦੀਆਂ। ਮੰਨ ਲਓ ਤੁਹਾਨੂੰ ਕਿਸੇ ਰੱਦੀ ਵਾਲੇ ਕੋਲ ਕੋਈ ਭਾਂਡਾ ਮਿਲਿਆ, ਕਿ ਉਹਨੂੰ ਅਸੀਂ एंटीक्स ਕਵਾਂਗੇ? नो। व्हाई? पुरातन। ठीक है। ओके जी, ਉਹਨੂੰ ਕਿਉਂ ਨਹੀਂ ਕਵਾਂਗੇ ਐਂਟੀਕ? ਜੇ ਅਗਰ ਮੰਨ ਲਓ ਮੈਨੂੰ ਕਿਸੇ ਰੱਦੀ ਵਾਲੇ ਕੋਲ ਕੋਈ ਪੁਰਾਣਾ ਭਾਂਡਾ ਮਿਲ ਗਿਆ, ਅਸੀਂ ਉਹਨੂੰ ਐਂਟੀਕ ਕਵਾਂਗੇ? ਕੋਈ ਦੱਸ ਸਕਦਾ ਹੈ? ਬਿਕੋਜ਼ ਹੈਵ used it ਨਹੀਂ used it। नो नो ਬੱਚੇ, ਚਲੋ ਲੈਟ ਮੀ ਟੈਲ ਯੂ, ਬਿਕੋਜ਼ ਯੂ ਹੈਵ ਨਾਟ used it। ਨਹੀਂ, ਇਹਦਾ ਮਤਲਬ ਐਂਟੀਕ ਨਹੀਂ ਹੁੰਦਾ। ਐਂਟੀਕ ਹੁੰਦਾ ਹੈ ਉਹ ਚੀਜ਼ ਜੋ ਪ੍ਰਾਚੀਨ ਵੀ ਹੈ ਤੇ ਉਹਦੀ ਐਸਥੈਟਿਕ ਸੈਂਸ ਦੇ ਨਾਲ ਵੀ। ਐਸਥੈਟਿਕ ਸੈਂਸ ਹੁੰਦਾ ਮਤਲਬ ਦੇਖਣ ਨੂੰ ਵੀ ਬੜੀ ਵਧੀਆ ਲੱਗ ਰਹੀ ਹੈ, ਕਿਉਂ ਦੇਖ ਕੇ ਲੱਗਦਾ ਹੈ ਕਿ ਹਾਂ ਇਹ ਐਂਟੀਕ ਪੀਸ ਹੈ। ਲੋਕੀ ਐਂਟੀਕਸ ਦੀ ਸ਼ਾਪ ਤੇ ਜਾਂਦੇ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ। ਨੈਸ਼ਨਲ ਜੀਓਗ੍ਰਾਫਿਕ ਚੈਨਲ ਦੇ ਉੱਤੇ ਇੱਕ ਪ੍ਰੋਗਰਾਮ ਆਉਂਦਾ ਹੈ PAWN ਔਨ ਸਟਾਰਸ। PAWN ਸਟਾਰਸ। ਉਹਦੇ ਵਿੱਚ ਉਹਦੇ ਕੋਲ ਨਾ ਅਗਰ ਕਦੇ ਮੌਕਾ ਲੱਗੇ ਤੁਸੀਂ ਨੋਟ ਕਰ ਸਕਦੇ ਹੋ। ਮੈਂ ਇੱਥੇ ਉਸ ਪ੍ਰੋਗਰਾਮ ਦਾ ਨਾਮ ਦੱਸ ਦਿੰਦੀ ਹਾਂ ਤੁਹਾਨੂੰ। ਨੈਸ਼ਨਲ ਜੀਓਗ੍ਰਾਫੀ ਨੈਟ ਜੀਓ ਤੇ ਆਉਂਦਾ ਹੈ। ਮੈਂ ਚੈਨਲ ਦਾ ਨਾਮ ਵੀ ਤੁਹਾਨੂੰ ਦੱਸ ਦਿੰਦੀ ਹਾਂ। ਨੈਸ਼ਨਲ ਜੀਓਗ੍ਰਾਫਿਕ ਤੇ ਜਿਹੜਾ ਪ੍ਰੋਗਰਾਮ ਹੈ ਉਹ ਆਉਂਦਾ ਪੌਨ PAWN ਪੌਨ ਸਟਾਰਸ। ਤਾਂ ਉਹ ਕੀ ਹੈ, ਉਹਦੇ ਵਿੱਚ ਇੱਕ ਫੈਮਿਲੀ ਹੈ, ਉਹ ਪੁਰਾਣੀਆਂ ਚੀਜ਼ਾਂ ਨੂੰ ਖਰੀਦਦੀ ਹੈ। ਉੱਥੇ ਤੁਹਾਨੂੰ ਪਤਾ ਚੱਲੇਗਾ ਕਿ ਐਂਟੀਕ ਆਪਾਂ ਕਿਹਨੂੰ ਕਹਿੰਦੇ। ਉਹ ਚੀਜ਼ ਜੋ ਕਿ ਡੈਕੋਰੇਸ਼ਨ ਦੇ ਤੌਰ ਤੇ, ਸਜਾਵਟ ਦੇ ਤੌਰ ਤੇ, ਸੋਹਣੇ ਲੱਗਣ ਦੇ ਤੌਰ ਤੇ ਔਰ ਪੁਰਾਣੀ ਵੀ ਹੋਵੇ, ਉਹਦੀ ਐਸਥੈਟਿਕ ਵੈਲਿਊ ਹੋਵੇ। ਐਸਥੈਟਿਕ ਵੈਲਿਊ ਹੈ ਨਾ। ਹੁਣ ਮੰਨ ਲਓ ਮੈਂ ਕਹਾਂ ਇਹ ਮੇਰੀ ਦਾਦੀ ਦਾ ਘਰ ਸਟੀਲ ਦਾ ਗਲਾਸ ਪਿਆ ਹੋਇਆ ਹੈ, ਤੇ ਉਹਨੂੰ ਅਸੀਂ ਐਂਟੀਕ ਨਹੀਂ ਕਵਾਂਗੇ, ਹੈ ਨਾ। ਉਹ ਗਲਾਸ ਹੈ, ਸਿੰਪਲ ਗਲਾਸ ਹੈ, ਉਹਦੀ ਐਸਥੈਟਿਕ ਵੈਲਿਊ ਹੈ ਨਾ। ਜਦੋਂ ਅਸੀਂ ਪੁਰਾਣੇ ਟਾਈਮ ਦੇ ਗਲਾਸਿਸ ਦੇਖਦੇ ਹਾਂ, ਕੋਈ ਕਿਸੇ ਰਾਜੇ ਮਹਾਰਾਜੇ ਦੇ, ਉਹਨੂੰ ਅਸੀਂ ਫਿਰ ਐਂਟੀਕ ਪੀਸ ਕਹਿੰਦੇ ਹਾਂ। ਠੀਕ ਹੈ। So we found a shop that was a real Aladdin's cave of beautiful antiques. Now I am going to show you what are antiques. ਇਹ ਦੇਖ ਸਕਦੇ ਹੋ ਤੁਸੀਂ। ਹੁਣ ਜਿਵੇਂ ਟੈਲੀਫੋਨ ਸੈੱਟ ਹੈ, old things with high value. Yes, ਇਹ ਟੈਲੀਫੋਨ ਸੈੱਟ ਹੈ, ਆਪਾਂ ਇਹਨੂੰ ਐਂਟੀਕ ਕਹਿ ਦਿੰਦੇ ਹਾਂ। ਇਹ ਤੁਸੀਂ ਨੀਚੇ ਦੇਖ ਸਕਦੇ ਹੋ ਭਾਂਡੇ ਹੈ, ਆਪਾਂ ਕਹਿੰਦੇ ਐਂਟੀਕ ਪੀਸ ਲੱਗ ਰਿਹਾ ਹੈ, ਇਹ ਪੁਰਾਣਾ ਵੀ ਲੱਗਦਾ ਹੈ ਔਰ ਬੜੀ
ਜ਼ਿਆਦਾ ਐਸਥੈਟਿਕ ਵੈਲਿਊ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਹੈ। ਠੀਕ ਹੈ, ਸੋ ਇਹਨਾਂ ਨੂੰ ਅਸੀਂ ਐਂਟੀਕਸ ਕਹਿੰਦੇ ਹਾਂ, ਐਂਟੀਕਸ। ਇਹ ਦੇਖੋ, ਇਹ ਜਿਹੜਾ ਫਰਸਟ ਪਿਕਚਰ ਹੈ, ਇਟ ਇਜ਼ ਨਾਟ ਕਲੀਅਰ, ਇੰਨੀ ਜ਼ਿਆਦਾ ਨਹੀਂ ਹੈ ਕਲੀਅਰ, ਬਟ ਇਹ ਸੀਗੀ ਜਿਵੇਂ ਕੋਈ ਐਂਟੀਕ ਦੀ ਸ਼ਾਪ ਹੈ ਜਿੱਥੇ ਤੁਹਾਨੂੰ ਬਹੁਤ ਸਾਰਾ ਸਮਾਨ ਐਂਟੀਕ ਪੀਸਿਸ ਮਿਲਣਗੇ। ਠੀਕ ਹੈ, ਪੁਰਾਤਨ ਚੀਜ਼ਾਂ, ਪੁਰਾਤਨ ਵੀ ਹੈ ਬੱਚੇ, ਉਹਨਾਂ ਦੀ ਐਸਥੈਟਿਕ ਸੈਂਸ ਵੀ ਹੈ। ਮੈਂ ਤੁਹਾਨੂੰ ਐਸਥੈਟਿਕ ਸੈਂਸ ਤੁਸੀਂ ਇਹ ਆਪਣੀ ਡਿਕਸ਼ਨਰੀ ਸਰਚ ਕਰਨਾ, AESTHE aesthetic, aesthetic ਹੁੰਦਾ which is related to beauty, artistic ਹੋਈ ਕੋਈ ਚੀਜ਼, artistic ਕੋਈ ਚੀਜ਼ artistic ਹੈ ਨਾ, ਤੁਹਾਨੂੰ ਉਹਦੇ ਚ ਕਲਾ ਨਜ਼ਰ ਆ ਰਹੀ ਹੈ, ਉਹਦੇ ਚ aesthetic sense ਲੱਗ ਰਹੀ ਹੈ, ਸੋ ਉਹ ਚੀਜ਼ ਨੂੰ ਅਸੀਂ ਕਹਿੰਦੇ ਆ ਐਂਟੀਕ ਹੈ, ਉਹ ਆਰਟਿਸਟਿਕ ਹੈ ਕੋਈ ਚੀਜ਼, ਵੈਰੀ ਗੁੱਡ, ਹੈ ਨਾ। ਉਹਨੂੰ ਕਲਾਤਮਕ ਹੈ ਕੋਈ ਚੀਜ਼, ਪੁਰਾਣੀ ਵੀ ਹੈ, ਉਹਦੇ ਤੋਂ ਪਤਾ ਚੱਲਦਾ ਹੈ ਕਿ ਰਾਜੇ ਰਜਵਾੜਿਆਂ ਨੇ ਯੂਜ਼ ਕੀਤੀ ਸੀ, ਜਾਂ ਕੋਈ ਉਹਦੇ ਚ ਵੈਸੀ ਕੋਈ ਬਹੁਤ ਮਤਲਬ ਬਿਊਟੀਫੁਲ ਲੱਗ ਰਹੀ ਹੈ ਤੁਸੀਂ, ਅਸੀਂ ਉਸ ਚੀਜ਼ ਨੂੰ ਐਂਟੀਕ ਕਹਿੰਦੇ। ਸੋ ਇਹ ਵਰਡ ਮੈਂ ਸਪੈਸ਼ਲੀ ਯੂਜ਼ ਕੀਤਾ ਸੀਗਾ ਸੋ ਦੈਟ ਆਈ ਕੈਨ ਟੈਲ ਯੂ ਅਬਾਊਟ ਵਾਟ ਆਰ ਐਂਟੀਕਸ। ਸੋ ਅਗਰ ਜੇ ਇਹ ਵੀ ਤੁਸੀਂ ਜ਼ਰੂਰ ਦੇਖਣਾ, ਪੌਨ ਸਟਾਰਸ ਵੀ ਜ਼ਰੂਰ ਦੇਖਣਾ, ਤੇ ਉਹਦੇ ਵਿੱਚ ਵੀ ਕਈ ਵਾਰ ਉਹ ਜਿਹੜੇ ਕੀ ਹੈ, ਇਹਦੇ ਵਿੱਚ ਤਿੰਨ ਫੈਮਿਲੀ ਹੈ, ਉਹਦੇ ਵਿੱਚ ਫੈਮਿਲੀ ਕੀ ਕਰਦੀ ਹੈ, ਪੁਰਾਣੀਆਂ ਚੀਜ਼ਾਂ ਨੂੰ ਖਰੀਦਦੀ ਹੈ। ਇੱਕ ਫਾਦਰ ਹੈ, ਇੱਕ ਸਨ ਹੈ ਐਂਡ ਇੱਕ ਗ੍ਰੈਂਡਫਾਦਰ ਹੈ, ਤਿੰਨਾਂ ਦੀ ਇੱਕ ਸ਼ਾਪ ਹੈ, ਔਰ ਇਹ ਪੁਰਾਣੀਆਂ ਚੀਜ਼ਾਂ ਨੂੰ ਖਰੀਦਦੇ ਆ ਤੇ ਉਹਨੂੰ ਰਿਕਾਰਡ ਕਰਕੇ ਫਿਰ ਉਹ ਟੀਵੀ ਤੇ ਦਿਖਾਇਆ ਜਾਂਦਾ ਜਦੋਂ ਸਮਾਨ ਖਰੀਦ ਰਹੇ ਹੁੰਦੇ ਆ, ਤੇ ਉਹਨਾਂ ਕੋਲ ਕਈ ਵਾਰ ਬਹੁਤ ਐਂਟੀਕ ਪੀਸ ਆਉਂਦੇ ਹੁੰਦੇ ਹੈ ਨਾ, ਉਹ ਐਂਟੀਕਸ ਉਹਨਾਂ ਦੀ ਸ਼ਾਪ ਤੇ ਪੁਰਾਣੀ, ਮਤਲਬ ਕਈ ਵਾਰ ਕੋਈ ਮੱਗ ਲੈ ਕੇ ਆਉਂਦਾ ਹੈ ਕਿ ਇਹ ਪੁਰਾਣਾ ਹੈ, ਇੰਨੇ ਸਾਲ ਪੁਰਾਣਾ ਹੈ, ਇਹਨੂੰ ਫਲਾਣੇ ਨੇ ਯੂਜ਼ ਕੀਤਾ ਸੀ, ਇਹਦੀ ਹਾਈ ਵੈਲਿਊ ਹੈ, ਸੋ ਉਹ ਹੁੰਦੇ ਹੈ। ਠੀਕ ਹੈ, ਓਕੇ ਬੱਚੇ, ਡੂ ਯੂ ਹੈਵ ਐਨੀ ਕੁਐਸਚਨਸ? ओल्ड ज्वेलरी यस हो सकती है। फर्स्ट पिक्चर की दिखाया है बेटे, मैं तुहानू दस्सिया पिक्चर ज्यादा क्लीयर नहीं है, एंटीक्स की शॉप है, इतने बहुत सारे एंटीक्स पे शॉप है, क्लीयर नहीं है, सॉरी ये पिक्चर थोड़ी क्लीयर नहीं है, बट ये बहुत सारा समान पे है, ये ज्वेलरी भी है, ये ओल्ड बॉक्सेस भी है, ये डेकोरेशन का समान भी है, सारा कुछ ही है। ठीक है, तो नीचे वाली पिक्चर तो क्लीयर हो गया होगा जिवें एंटीक्स ने। ठीक है, अच्छा एक और चीज दसा, अजकल की लोग की करते हैं, नवीं चीजा नू थोड़ी जी पुरानी लुक देके उन्होंने एंटीक वाली लुक दे देंगे कि ये तो एंटीक पीस लग रहा है। तुसीं देखिया होगा कई बार ज्वेलरी नू पुराना रूप दे दिता जाता है, नवीं ज्वेलरी नू एंटीक बना के दिता जाता है कि तो एंटीक पीस लग रहा है। तुसीं कोई अपने घर की डेकोरेशन का समान लेके जाओगे ना, उत्थे तुहानू कहेंगे देखो जी ये एंटीक पीस लग रहा है, एंटीक मतलब इदां लग रहा है पुराना पर हाई वैल्यू वाला लग रहा है। ठीक है ना, इदां भी अजकल किया जाता है, चीज़ों को एंटीक लुक दी जाती है कि पुरानी लगे बट हाई वैल्यू वाली लगे, विद हाई एस्थेटिक सेंस लगे। ठीक है, हाँ बच्चे, इफ यू हैव एनी क्वेश्चन प्लीज आस्क मी, एनी क्वेश्चंस फ्रॉम दिस फर्स्ट स्लाइड? मैम जो तुसी सेकंड से करवाया वॉकिंग ऑन एयर, मैम जिवें आपां कह भी आपां उत्थे यूज कर सकदा, आपां कह भी मैं ओदी प्रेस कीती ते भी वो हवा च उड़ गया। हाँ आपां कह सकदे भी इन्नी खुश होई, लाइक शी स्टार्टेड वॉकिंग ऑन द एयर, कह सकते हैं बिल्कुल। उन्हों इन्नी खुशी हुई ना जदों मैं ओदी थोड़ी जी प्रेस कीती, इन्नी खुश हुई, शी स्टार्टेड वॉकिंग ऑन द एयर। ये बच्चे ये मेनली ये प्राउड विच आना या उहदे नाल रिलेटेड नहीं है, इट इज रिलेटेड टू हैप्पीनेस। ਜਦੋਂ ਤੁਸੀਂ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਨਾ, ਇਟ ਇਜ਼ ਰਿਲੇਟਡ ਟੂ ਹੈਪੀਨੈਸ ਓਨਲੀ, ਕਿ ਉਹਨੇ ਬਹੁਤ ਹੋਤਾ ਫੁੱਲੀ ਨਹੀਂ ਸਮਾਈ। ਠੀਕ ਹੈ, ਓਕੇ ਮੈਮ। ਮੈਮ ਇੱਕ ਹੋਰ ਸੀ ਮੈਮ, ਇੱਕ ਨਾ ਮੈਂ ਸੈਂਟੈਂਸ ਸੁਣਿਆ ਸੀ ਵੀ ਮੇਰਾ ਹਾਊਸ ਬਹੁਤ ਕੰਜਸਟਡ ਸੀ। ਮੈਮ ਉਹ ਕੰਜਸਟਡ ਬੋਲਣਾ ਕਿ ਉਹਨੂੰ ਕੰਜਸਟ? ਬੱਚੇ ਕੰਜੈਸਸ਼ਨ ਹੁੰਦੀ ਹੈ, CONJESTION, ਇਟ ਇਜ਼ ਐਕਚੁਅਲੀ ਕੰਜੈਸਸ਼ਨ। ਜਦੋਂ CONGES ਕੰਜੈਸਸ਼ਨ ਹੁੰਦਾ ਹੈ, ਆਪਾਂ ਕਹਿੰਦੇ ਨਾ ਕੋਈ ਚੀਜ਼ ਦਾ ਜਾਮ ਲੱਗ ਗਿਆ। ਆਰ ਯੂ ਗੈਟਿੰਗ ਮੀ? ਹਾਂਜੀ ਮੈਮ, ਯੈਸ ਮੈਮ, ਮੇਰੀ ਆਵਾਜ਼ ਆ ਰਹੀ ਹੈ ਨਾ? ਸੋ ਕੰਜੈਸਸ਼ਨ ਹੁੰਦਾ ਹੈ ਜਦੋਂ ਕੋਈ ਚੀਜ਼ ਯੈਸ ਮੈਮ। ਦੇਖਿਆ, ਆਪਾਂ ਕਹਿੰਦੇ ਆ ਕਿ ਮੇਰੇ ਥਰੋਟ ਕੰਜੈਸਸ਼ਨ ਹੋ ਗਈ ਹੈ, ਮੇਰਾ ਗਲਾ ਜਿਹੜਾ ਹੈ ਜਾਮ ਹੋ ਗਿਆ ਹੈ ਨਾ। ਸੋ ਜਦੋਂ ਆਪਾਂ ਕਹਿੰਦੇ ਨਾ ਕਿ ਘਰ ਕੰਜੈਸਟਡ ਹੈ, ਮਤਲਬ ਕੰਜੈਸਟਡ ਦਾ ਮਤਲਬ
ਵੀ ਸਮਾਨ ਜ਼ਿਆਦਾ ਹੈ ਜਗ੍ਹਾ ਘੱਟ ਹੈ, ਉੱਥੇ ਆਪਾਂ ਯੂਜ਼ ਕਰਦੇ ਹਾਂ। ਵੀ ਕੋਈ ਚੀਜ਼ ਹੈ ਨਾ ਤੁਹਾਡਾ, ਜਿਵੇਂ ਆਪਾਂ ਕਹਿੰਦੇ ਮੇਰਾ ਘਰ ਕੰਜੈਸਟਡ ਹੈ, ਤਾਂ ਇਹਦਾ ਮਤਲਬ ਹੈ ਮਤਲਬ ਘਰ 'ਚ ਲੋਕ ਜ਼ਿਆਦਾ ਨੇ, ਸਮਾਨ ਜ਼ਿਆਦਾ ਹੈ, ਜਗ੍ਹਾ ਘੱਟ ਹੈ। ਕੱਚ ਮੱਚ ਬੋਲਦੇ ਹੋ, ਕਾਚਾ ਮਾਚਾ ਸਮਝਿਆ ਤੁਸੀਂ? यस मैम। दैट इज कंजेस्टेड। भी कोई चीज ब्लॉक हो रही है, ब्लॉक हो रही है, टक्करां वज रही ने, ट्रैफिक कंजेस्शन हो जाता है ना, सो दैट इज कंजेस्ट। यस मैम। हाँ जी, ओके बेटा, वी हैव 5 minutes more if you want to ask anything। वैसे otherwise you have lot many questions to ask, जे किसी ने कोई पूछना है क्वेश्चन पूछ लो, we have 5 minutes more। ओके, नो वन। ਬਲਾ 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 ਕੀ ਹੁੰਦਾ? ਬਲਾ ਬਲਾ ਮਤਲਬ ਵਗੈਰਾ ਵਗੈਰਾ, ਐਵੇਂ ਜਿਵੇਂ ਆਪਾਂ ਕਹਿੰਦੇ ਨਾ ਮੈਨੂੰ ਇਹ ਚਾਹੀਦਾ ਹੈ, ਉਹ ਚਾਹੀਦਾ, ਉਹ ਪਤਾ ਨਹੀਂ ਕੀ ਬੋਲੀ ਜਾ ਰਹੀ ਸੀ, ਬਲਾ ਬਲਾ ਬਲਾ। ਸੋ ਬਲਾ ਬਲਾ ਹੁੰਦਾ ਹੈ ਵਗੈਰਾ ਵਗੈਰਾ। ਆਪਾਂ ਕਹਿੰਦੇ ਨਹੀਂ ਕਦੇ ਕੁਝ ਬੋਲਦੀ ਹੈ, ਕਦੇ ਕੁਝ, ਮਤਲਬ ਜਿਵੇਂ ਮੇਰੀ ਮੰਮੀ ਨੇ ਮੈਨੂੰ ਇਹ ਕਿਹਾ ਹੈ, ਕਿਆ ਬਲਾ ਬਲਾ ਬਲਾ, ਸੋ ਦੈਟ ਇਜ਼ ਬਲਾ। ਐਂਟੀਕ ਮੀਨਸ ਬੱਚੇ, ਐਂਟੀਕ ਮੈਂ ਤੁਹਾਨੂੰ ਨਰਗਿਸ ਟਿਊਸ਼ਨ ਦੇ ਸਪੈਲਿੰਗ ਠੀਕ ਕਰੋ। ਐਂਟੀਕ ਮੈਂ ਹੁਣੇ ਦੱਸਿਆ, ਤੁਸੀਂ ਸੁਖਵੀਰ ਹੈ ਨਹੀਂ ਸੀਗੇ ਕਲਾਸ ਦੇ ਵਿੱਚ ਜਦੋਂ ਮੈਂ ਐਂਟੀਕਸ ਬਾਰੇ ਦੱਸਿਆ ਸੀਗਾ। ਐਂਟੀਕ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹਦੀ ਪੁਰਾਤਨ ਅਤੇ ਹਾਈ ਵੈਲਿਊ ਹੋਵੇ, ਕੋਈ ਏਦਾਂ ਦੀ ਚੀਜ਼ ਜਿਹਦੀ ਹਾਈ ਵੈਲਿਊ ਹੋਵੇ ਔਰ ਪੁਰਾਣੀ ਹੋਵੇ, that is antique। ठीक है, a thing having a thing which is ancient but हाँ पुरातन विलक्षण चीज, yes correct। ठीक है ना, पुरानी होवे लेकिन वो डिफरेंट होवे, ਉਹਦੀ ਐਸਥੈਟਿਕ ਵੈਲਿਊ ਹੋਵੇ, ਦੇਖਣ ਨੂੰ ਸੋਹਣੀ ਹੋਵੇ, ਦੇਖਣ ਨੂੰ ਲੱਗਦਾ ਹੋਵੇ ਕਿ ਬੜੀ ਵਧੀਆ ਚੀਜ਼ ਹੈ, ਪੁਰਾਣੀ ਹੈ ਪਰ ਵਧੀਆ ਚੀਜ਼ ਹੈ, ਤਾਂ that is antique। okay, okay then I think no more questions I should expect। tuition, हाँ ਹੁਣ tuition ठीक लिखा, पहले गलत लिखा सी। okay, so I'm going to sign off now। we'll meet tomorrow same time। वाहिगुरू जी का खालसा, वाहिगुरू जी की